प्यारे 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 बच्चों, बहुत प्यार भरी सत श्री अकाल। मेरा ख्याल है तुसी सारे ही बिल्कुल तैयार बैठे हो। अज आपां गणित दा किहड़ा लैसन पढ़न लगे हाँ? रचनावां। ठीक है, तो मेरा ख्याल है रचनावां दी गल सुनदियां ही तुहाडा सारिਆਂ ਦਾ दिमाग चलदा होना है कि रचना करने वास्ते सानू किहड़े-किहड़े यंत्रां दी लोड़ है। वो यंत्र अक्सर तुहाडे बस तुहाडे बैग्स विच हुंदे हन। तो इस तो पहला कि आपां रचनावां बारे पढ़ीए तो मेरे नाल गणित दे बहुत ही वधिया स्टेट रिसोर्स परसन हैं मैडम नवनीत। अक्सर ही तुसीं इन्हां दे लैक्चर सुनदे हो। गुड मॉर्निंग बच्चों। हाँ, वो भी नाल बैठे ने। ते अज असीं तुहानूं रचनावां दीआं कुछ मुੱਢਲੀਆਂ चीज़ां दी गल करांगे। बाकी ते तुहानूं बहुत अच्छियां मैं देख रही हाँ तुसीं अजकल रचनावां ड्रॉ कर रहे हो। तुहाडी कापियां ਦੀਆਂ ਸਾਡੇ ਕੋਲ ਫੋਟੋਆਂ ਆਉਂਦੀਆਂ ਹਨ। ਕਈ ਤਾਂ ਬੱਚੇ ਬਹੁਤ ਹੀ ਸ਼ੁੱਧਤਾ ਦੇ ਨਾਲ ਇਹਨਾਂ ਚੀਜ਼ਾਂ ਨੂੰ ਬਣਾਉਂਦੇ ਹਾਂ। ਪਹਿਲਾਂ ਥੋੜਾ ਮੈਮ ਅਸੀਂ ਅੱਜ ਦੱਸ ਲਈਏ ਕਿ ਰਚਨਾਵਾਂ ਕਰਨ ਦਾ ਗਣਿਤ ਦੇ ਵਿੱਚ ਕਿੰਨਾ ਮਹੱਤਵਪੂਰਨ ਰੋਲ ਹੈ। ਇਸ ਦੇ ਬਾਰੇ ਆਪਾਂ ਚਰਚਾ ਕਰਦੇ ਹਾਂ। ਬੱਚਿਓ, ਜਿਹੜੀ ਕਿ ਮੈਡਮ ਨੇ ਸਕਰੀਨ ਤੇ ਤੁਹਾਨੂੰ ਸ਼ਾਇਦ ਜੇ ਫੋਟੋ ਦਿਖਾਈ ਹੈ ਜਾਂ ਦਿਖਾਣਗੇ, ਤੁਸੀਂ ਦੇਖਦੇ ਹੋ ਕਿ ਜਦੋਂ ਹੀ ਛੋਟੀ ਕਲਾਸ ਵਿੱਚ ਤੁਸੀਂ ਸੀ 6ਵੀਂ 7ਵੀਂ 8ਵੀਂ ਵਿੱਚ ਅਕਸਰ ਤੁਸੀਂ ਰੇਖਾ ਖੰਡ, ਰੇਖਾ, ਕਿਰਨ, ਬਿੰਦੂ ਬਣਾਉਂਦੇ ਰਹੇ ਹੋ, ਕੋਣ ਵੀ ਬਣਾਉਂਦੇ ਰਹੇ ਹੋ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਜਿਹੜੀਆਂ ਤ੍ਰਿਭੁਜਾ ਬਣਾ ਲਿਆ, ਚਤੁਰਭੁਜ ਬਣਾ ਲਏ। ਤੁਹਾਡੇ ਅਧਿਆਪਕ ਹਨ ਕੀ ਸਨ, ਚੌਕ ਦੇ ਨਾਲ ਹੀ ਜਿਹੜਾ ਹੈ ਉਹ ਚਤੁਰਭੁਜ ਦੱਸਦੇ ਸੀ ਕਿ ਆਹ ਤੁਹਾਡੇ ਕੋਲ ਅੱਜ ਤ੍ਰਿਭੁਜ ਹੈ, ਤਾਂ ਚੌਕ ਦੇ ਨਾਲ ਉਹ ਬਲੈਕ ਬੋਰਡ ਤੇ ਬਣਾ ਸਕਦੇ ਸਨ। ਕਈ ਵਾਰ ਆਪਾਂ ਜਦੋਂ ਦੂਰੋਂ ਹੀ ਸਾਡੇ ਘਰ ਵਿੱਚ ਕੋਈ ਚੀਜ਼ ਪਈ ਹੋਵੇ ਤੇ ਅਸੀਂ, ਕਿਉਂਕਿ ਸਾਨੂੰ ਉਹਨਾਂ ਦੀਆਂ ਆਕ੍ਰਿਤੀਆਂ ਬਾਰੇ, ਉਹਨਾਂ ਦੇ ਨਾਵਾਂ ਬਾਰੇ ਥੋੜਾ ਪਤਾ ਹੁੰਦਾ ਹੈ, ਤਾਂ ਅਸੀਂ ਜੇ ਬਿਨਾਂ ਬੋਲੇ ਵੀ ਦੱਸਣਾ ਚਾਹੀਏ ਵੀ ਆਕ੍ਰਿਤੀ ਕਿਹੋ ਜਿਹੀ ਹੈ ਤੇ ਅਸੀਂ ਅਗਰ ਦੱਸਣਾ ਚਾਹਵੇ ਤਾਂ ਕੋਣੀ ਹੈ, ਅਸੀਂ ਤਿਕੋਣ ਬਣਾ ਕੇ ਦਿਖਾ ਦਿੰਦੇ ਹਾਂ। ਠੀਕ ਹੈ, ਜੇ ਅਸੀਂ ਚੀਜ਼ ਕਹਿਣੀ ਹੋਵੇ ਗੋਲ ਹੈ, ਸਿੱਕਾ ਕਿਹੋ ਜਿਹਾ, ਤੇ ਅਸੀਂ ਗੋਲਾ ਬਣਾ ਕੇ ਦਿਖਾ ਦਿੰਦੇ ਹਾਂ। ਠੀਕ ਹੈ, ਚਤੁਰਭੁਜ ਚਾਰ ਕੋਣਾਂ ਵਾਲੀ ਚੀਜ਼ ਹੈ ਤੇ ਅਸੀਂ ਇਸ ਤਰ੍ਹਾਂ ਹੀ ਹਾਂ। ਜਿਵੇਂ ਤੁਸੀਂ ਕੋਈ ਗਣਿਤ ਦਾ ਸਵਾਲ ਕਰਨਾ ਹੋਵੇ, ਆਇਤਾਕਾਰ ਵਰਗ ਬਣਾਉਣਾ ਹੋਵੇ, ਤੇ ਤੁਸੀਂ ਆਪਣੇ ਆਪ ਹੀ ਪੈਨਸਿਲ ਦੇ ਨਾਲ ਉਹਨਾਂ ਚੀਜ਼ਾਂ ਨੂੰ ਬਣਾ ਲੈਂਦੇ ਹੋ। ਕੁਐਸਚਨ ਨੂੰ ਥੋੜਾ ਆਸਾਨੀ ਨਾਲ ਸਮਝ ਆ ਜਾਂਦਾ ਹੈ ਨਾ ਬੱਚਿਆਂ ਨੂੰ। ਠੀਕ ਹੈ, ਤਾਂ ਅਗਰ ਅਸੀਂ ਕਿਸੇ ਚੀਜ਼ ਦੀ ਜਿਹੜੀ ਸਾਡੇ ਦੈਨਿਕ ਜੀਵਨ ਦੇ ਆਲੇ ਦੁਆਲੇ ਹੈ, ਜਿਵੇਂ ਤੁਹਾਡੇ ਕੋਲ ਮੋਬਾਈਲ ਹੈ, ਜਿਮੈਟਰੀ ਬਾਕਸ ਹੈ, ਕਾਪੀ ਹੈ, ਪੈਨ ਹੈ, ਜਾਂ ਤੁਹਾਡੇ ਕੋਲ ਕੋਈ ਗੋਲਾ ਹੈ, ਤੁਹਾਡੀ ਵੰਗ ਹੈ, ਕੜਾ ਹੈ, ਤਾਂ ਉਹਨਾਂ ਚੀਜ਼ਾਂ ਦੀ ਤੁਸੀਂ ਸਥਿਤੀ, ਅਨੁਭਵ, ਆਕ੍ਰਿਤੀ, ਸ਼ਕਲ ਦਾ ਅੰਦਾਜ਼ਾ ਲਾਉਣ ਵਾਸਤੇ ਅਕਸਰ ਅਸੀਂ ਉਸਨੂੰ ਡਰਾ ਕਰ ਦਿੰਦੇ ਹਾਂ। ਪਰ ਜਦੋਂ ਅਸੀਂ ਬਹੁਤ ਹੀ ਜ਼ਿਆਦਾ ਇਹੋ ਜਿਹੜੀਆਂ ਆਕ੍ਰਿਤੀਆਂ ਬਣਾਉਂਦੇ ਹਨ, ਅਸੀਂ ਉਹਨਾਂ ਨੂੰ ਸਿਰਫ ਅੰਦਾਜ਼ੇ ਲਈ ਵਰਤਦੇ ਹਨ, ਉਹ ਸ਼ੁੱਧ ਆਕ੍ਰਿਤੀਆਂ ਨਹੀਂ ਹੁੰਦੀਆਂ। ਅਗਰ ਅਸੀਂ ਮੰਨ ਲਓ ਆਪਣੇ ਘਰ ਦਾ ਡਿਜ਼ਾਈਨ ਕਰਨਾ ਹੈ, ਜਾਂ ਤੁਹਾਡੇ ਕੋਈ ਹਾਈਵੇ ਬਣਨਾ ਹੈ ਤੁਹਾਡੇ ਘਰ ਦੇ ਨੇੜੇ, ਜਾਂ ਕੋਈ ਭਵਨ ਨਿਰਮਾਣ ਕਲਾ ਹੈ, ਤਾਂ ਤੁਸੀਂ ਅਕਸਰ ਆਰਕੀਟੈਕਚਰ ਦੇ ਕੋਲ ਬੜਾ ਹੀ ਇੱਕ ਨਕਸ਼ਾ ਜਿਹਾ ਦੇਖਦੇ ਹੋ ਬਣਿਆ ਹੁੰਦਾ ਹੈ ਵੀ ਇੱਥੇ ਇੰਨੀ ਉਚਾਈ ਹੋਏਗੀ, ਇਸ ਐਂਗਲ ਦੇ ਉੱਤੇ ਅਸੀਂ ਛੱਤ ਪਾਵਾਂਗੇ, ਉਹਦਾ ਡਿਜ਼ਾਈਨ ਕੀ ਹੋਏਗਾ, ਤੁਹਾਡੀ ਜਿਹੜੀ ਹੈ ਦਰਵਾਜ਼ੇ ਖਿੜਕੀਆਂ ਦੀ ਜਿਹੜੀ ਹੈ ਉਸ ਦੀ ਲੰਬਾਈ ਚੌੜਾਈ ਕਿੰਨੀ ਹੋਏਗੀ। ਠੀਕ ਹੈ, ਉਹ ਕਿੰਨੀ ਕਿ ਤੁਸੀਂ ਕਿਸੇ ਚੀਜ਼ ਦੀ ਟੇਪਰ ਰੱਖਣੀ ਹੈ, ਸਲਾਂਟ ਰੱਖਣੀ ਹੈ। ਤੁਸੀਂ ਘਰ ਦੇ ਵਿੱਚ ਹੈ, ਤੁਹਾਡਾ ਕੋਈ ਬਾਥਰੂਮ ਵਗੈਰਾ ਬਣ ਰਿਹਾ ਕਿ ਪਾਣੀ ਖੜਵਾ ਨਾ ਹੋਵੇ, ਤੁਸੀਂ ਆਪਣੇ ਫਰਸ਼ ਨੂੰ ਵੀ ਢਲਾਣ ਦਿੰਦੇ ਹੋ ਕਿਸਨੀ ਐਂਗਲ ਦੇ ਉੱਤੇ, ਉਹਨੂੰ ਆਪਾਂ ਕਹਿੰਦੇ ਹਾਂ। ਤੁਸੀਂ ਅਕਸਰ ਤੁਹਾਡੇ ਘਰਾਂ 'ਚ ਜਿਹੜੇ ਮਿਸਤਰੀ ਆਉਂਦੇ ਹਨ ਉਹਨਾਂ ਬਾਰੇ ਵੀ ਤੁਸੀਂ ਸੁਣਦੇ ਹੋ ਵੀ ਇਹ ਟੇਪਰ ਰੱਖਣਾ ਹੈ, ਇੰਨੇ ਕੋਣ 'ਤੇ। ਉਸ ਵੇਲੇ ਜਿਹੜੀ ਆਕ੍ਰਿਤੀ ਬਣਾਉਂਦੇ ਹੈ ਉਹਨਾਂ ਦੇ ਕੋਲ ਅਕਸਰ ਇੱਕ ਨਕਸ਼ਾ ਹੁੰਦਾ ਹੈ। ਉਹ ਕਿਸੇ ਵੀ ਚੀਜ਼ ਦਾ ਨਿਰਮਾਣ ਕਰਨ ਵਾਸਤੇ ਇੱਕ ਜਿਹੜਾ ਹੈ ਉਹ ਸ਼ੁੱਧ ਆਕ੍ਰਿਤੀ ਤਿਆਰ ਕਰਦੇ ਹਨ। ਇਸ ਤਰ੍ਹਾਂ ਹੀ ਜਿਹੜੀਆਂ ਚੀਜ਼ਾਂ ਆਪਣੇ ਆਲੇ ਦੁਆਲੇ ਤੁਸੀਂ ਦੇਖਦੇ ਹੋ, ਕੋਈ ਔਜ਼ਾਰ ਬਣਾਉਣਾ ਹੈ, ਠੀਕ ਹੈ, ਕੋਈ ਅਸੀਂ ਮਾਡਲ ਬਣਾਉਣਾ ਹੈ, ਕੋਈ ਮਸ਼ੀਨ ਦਾ ਪੁਰਜਾ ਤਿਆਰ ਕਰਨਾ ਹੈ, ਤਾਂ ਸਭ ਤੋਂ ਪਹਿਲਾਂ ਉਸ ਦੀ ਡਰਾਇੰਗ ਬਣਾਈ ਜਾਂਦੀ ਹੈ, ਜਿਸ ਨੂੰ ਅਸੀਂ ਰਚਨਾ ਕਹਿੰਦੇ ਹਾਂ। ਰਚਨਾ ਕਰਨ ਵਾਸਤੇ ਮੁੱਢ ਕਦੀਮ ਤੋਂ ਹੀ, ਅਗਰ ਮੈਡਮ ਇਹਨਾਂ ਨੂੰ ਇੱਕ ਫੋਟੋ ਦਿਖਾਓ, ਸਾਡੇ ਮਹਾਨ ਗਣਿਤਕਾਰ ਆਰਕਮੀਡੀਜ਼ ਦੀ ਫੋਟੋ ਲੱਗੀ ਹੋਈ ਹੈ, ਤਾਂ ਉਸਦਾ ਦੇ ਹੱਥ ਵਿੱਚ ਵੀ ਸਾਡੇ ਕੋਲ ਜਿਓਮੈਟਰੀ ਦਾ ਟੂਲ ਦੇਖਿਆ ਗਿਆ ਹੈ। ਅਗਰ ਤੁਹਾਡੇ ਕੋਲ ਘਰ ਸਮਾਰਟਫੋਨ ਹੋਵੇ, ਤੁਹਾਡੇ ਮੰਮੀ ਪਾਪਾ ਕੋਲ, ਜਾਂ ਤੁਹਾਡੇ ਕੋਲ ਤੁਸੀਂ ਜਦੋਂ ਕੰਪਿਊਟਰ ਵਾਲੇ ਕਲਾਸ ਲਾਉਂਦੇ ਹੋ ਤਾਂ ਤੁਸੀਂ ਕਈ ਵਾਰ ਗੂਗਲ ਸਰਚ ਕਰਦੇ ਹੋ। ਅਗਰ ਤੁਸੀਂ ਕਿਸੇ ਵੀ ਮਹਾਨ ਗਣਿਤਕਾਰ, ਚਾਹੇ ਯੂਕਲਿਡ ਹੋਏ, ਚਾਹੇ ਪਾਇਥਾਗੋਰਸ ਹੋਏ, ਜਾਂ ਆਰਿਆਭੱਟ ਦੀ ਫੋਟੋ ਦੇਖੋਗੇ ਤਾਂ ਤੁਸੀਂ ਅਕਸਰ ਉਹਨਾਂ ਦੇ ਕੋਲ ਕੁਝ ਔਜ਼ਾਰ ਦੇਖਦੇ ਹੋ। ਠੀਕ ਹੈ, ਤਾਂ ਔਜ਼ਾਰ ਤੁਹਾਡੇ ਕੋਲ ਵੀ ਹੁੰਦੇ ਹਨ, ਜਿਓਮੈਟਰੀ ਬਾਕਸ ਤੁਹਾਡੇ ਕੋਲ ਸਾਰਿਆਂ ਕੋਲ ਹੁੰਦਾ ਹੀ ਹੈ। ਠੀਕ ਹੈ, ਇਸ ਤਰ੍ਹਾਂ ਦਾ ਹੀ ਤੁਹਾਡੇ ਕੋਲ ਮਤਲਬ ਕਿ ਪ੍ਰਕਾਰ ਹੁੰਦੀ ਹੈ ਅਕਸਰ। ਇੱਕ ਤੁਹਾਡੇ ਕੋਲ ਫੁੱਟ ਰੂਲਰ ਹੁੰਦਾ ਹੈ, ਤੁਹਾਡੇ ਕੋਲ ਹੈ ਨਾ, ਮੇਰੀ ਆਵਾਜ਼ ਤੁਹਾਨੂੰ ਸੁਣ ਰਹੀ ਹੈ? ਹਾਂ, ਇਸ ਤਰ੍ਹਾਂ ਦੇ ਔਜ਼ਾਰ ਤੁਹਾਡੇ ਕੋਲ ਹੈਗੇ ਆ ਨਾ ਸਾਰਿਆਂ ਕੋਲ।
ਤੁਹਾਡੇ ਕੋਲ ਤੁਹਾਡੇ ਜਿਓਮੈਟਰੀ ਬਾਕਸ ਦੇ ਵਿੱਚ, ਜਿਹਨੂੰ ਅਕਸਰ ਬੱਚੇ ਆਮ ਆਪਣੀ ਭਾਸ਼ਾ ਜਿਓਮੈਟਰੀ ਲਿਆਂਦੀ ਹੈ, ਜਿਓਮੈਟਰੀ ਖੋਲੀ ਹੈ, ਕਹਿੰਦੇ ਐਕਚੁਅਲੀ ਬੇਟਾ ਇਹਦਾ ਨਾਂ ਜਿਓਮੈਟਰੀ ਬਾਕਸ ਹੁੰਦਾ ਹੈ। ਬਾਕਸ ਮਨੇ ਦਾ ਬਕਸਾ ਹੈ। ਇਹਦੇ ਵਿੱਚ ਤੁਹਾਡੇ ਕੋਲ ਮੇਨ ਤਰ੍ਹਾਂ ਦੇ ਇੱਕ ਤੁਹਾਡੇ ਕੋਲ ਪ੍ਰਕਾਰ ਹੈ, ਅਕਸਰ ਤੁਹਾਨੂੰ ਪਤਾ ਇਹਦੇ ਵਿੱਚ ਅਸੀਂ ਪੈਨਸਿਲ ਲਗਾਈ ਹੋਈ ਹੈ। ਇੱਕ ਤੁਹਾਡੇ ਕੋਲ ਡਿਵਾਈਡਰ ਹੈ, ਠੀਕ ਹੈ, ਜਿਹਦੀਆਂ 2 ਨੁਕੀਲੀਆਂ ਹਨ। ਇਸੇ ਤਰ੍ਹਾਂ ਤੁਹਾਡੇ ਕੋਲ ਇੱਕ ਸਕੇਲ ਹੁੰਦਾ ਹੈ, ਜਿਹਦੇ ਕੁਝ 2 ਸਕੇਲਸ ਪੈਮਾਨੇ ਲੱਗੇ ਹੁੰਦੇ ਹਨ। ਇੱਕ ਪਾਸੇ ਮਿਲੀਮੀਟਰ ਹੁੰਦੇ ਹਨ, ਇੱਕ ਪਾਸੇ ਸੈਂਟੀਮੀਟਰ ਹੁੰਦੇ। ਇਸ ਤੋਂ ਇਲਾਵਾ 3 ਚੀਜ਼ਾਂ ਹੋਰ ਵੀ ਹੁੰਦੇ ਹਨ। ਇੱਕ ਤੁਸੀਂ ਡੀ ਕਹਿੰਦੇ ਹੋ ਕਿਉਂਕਿ ਇਹਦੀ ਸ਼ਕਲ ਡੀ ਵਰਗੀ ਹੁੰਦੀ ਹੈ। ਪ੍ਰੋਟੈਕਟਰ ਵੀ ਆਖਦੇ ਹਾਂ ਹਿੰਦੀ 'ਚ, ਇਸਨੂੰ ਚਾਂਦਾ ਵੀ ਆਖਦੇ ਹਾਂ। ਤਾਂ ਇਸੇ ਤਰ੍ਹਾਂ ਸਾਡੇ ਕੋਲ 1-2 ਤ੍ਰਿਭੁਜਾਂ ਵਰਗੀਆਂ 2 ਹੋਰ ਆਕ੍ਰਿਤੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਅਸੀਂ ਸੈਟ ਸਕੁਏਅਰ ਆਖਦੇ ਹਾਂ, ਠੀਕ ਹੈ। 2 ਹੁੰਦਾ ਕਿਉਂਕਿ ਇਹਨਾਂ ਦਾ। ਤਾਂ ਇਹਦੇ ਵਿੱਚ ਅਸੀਂ ਕੁਝ ਆਸਾਨੀ ਨਾਲ ਕੋਣ ਬਣਾ ਸਕਦੇ ਹਾਂ, ਜਿਵੇਂ ਕਿ 30, 60 ਤੇ 90 ਦਾ। ਇਹ ਸਾਰੀਆਂ ਜਿਓਮੈਟਰੀ ਜਿਹੜੇ ਟੂਲਸ ਹਨ, ਇਹ ਸਾਨੂੰ ਬਹੁਤ ਲੋੜੀਂਦੇ ਹੁੰਦੇ ਹਨ ਜਦੋਂ ਅਸੀਂ ਕੰਸਟਰਕਸ਼ਨ ਜਾਂ ਰਚਨਾਵਾਂ ਕਰਦੇ ਹਾਂ। ਛੋਟੀਆਂ ਕਲਾਸਾਂ 'ਚ ਤੁਸੀਂ ਦੇਖਿਆ ਹੈ ਕਿ ਡੀ ਦੇ ਨਾਲ ਹੀ ਬੱਚੇ ਮੈਡਮ ਕੋਣ ਬਣਾ ਲੈਂਦੇ ਹਨ, ਕੋਣ ਦਾ ਅੱਧ ਵੀ ਕਰ ਲੈਂਦੇ ਹਨ, ਠੀਕ ਹੈ। ਡਿਵਾਈਡਰ ਦੇ ਨਾਲ ਬੱਚੇ ਰੇਖਾ ਖੰਡ ਦੀ ਮਿਣਤੀ ਵੇਖਦੇ ਹਨ, ਠੀਕ ਹੈ। ਤਾਂ ਇਸੇ ਤਰ੍ਹਾਂ ਪੈਮਾਨੇ ਦੇ ਨਾਲ ਉਹ ਰੇਖਾ ਖੰਡ ਬਣਾਉਂਦੇ ਹਨ, ਠੀਕ ਹੈ, ਤ੍ਰਿਭੁਜ ਬਣਾਉਂਦੇ ਹਨ। ਪ੍ਰਕਾਰ ਦੇ ਨਾਲ ਅਕਸਰ ਸਭ ਤੋਂ ਪਹਿਲਾਂ ਚਾਪ ਲਾਉਣੀ ਜਾਂ ਗੋਲਾ ਬਣਾਉਣਾ ਸਿਖਾਇਆ ਜਾਂਦਾ ਹੈ। ਤਾਂ ਇਹ ਚੀਜ਼ਾਂ ਤੁਸੀਂ ਦੇਖਦੇ ਹੋ ਕਿ ਸਾਨੂੰ ਜਿਓਮੈਟਰੀ ਟੂਲ ਦੇ ਬਾਰੇ ਪਤਾ ਹੈ। ਜੋ ਅੱਜ ਦਾ ਲੈਸਨ ਹੈ ਉਹਦੇ ਵਿੱਚ ਅਸੀਂ ਦੇਖਣਾ ਹੈ ਕਿ ਜਦੋਂ ਅਸੀਂ ਕੋਈ ਵੀ ਜਿਹੜੀ ਹੈ ਜਿਓਮੈਟਰੀ, ਚਾਹੇ ਇਹਦਾ ਕੋਈ ਵੀ ਰਚਨਾ ਹੈ, ਮਤਲਬ ਤੁਹਾਡਾ ਟ੍ਰਾਇੰਗਲ ਹੈ ਜਾਂ ਕਿਸੇ ਕੋਣ ਦਾ ਅੱਧ ਕਰਨਾ ਹੈ ਜਾਂ ਕਿਸੇ ਰੇਖਾ ਖੰਡ ਦਾ ਅੱਧ ਕਰਨਾ ਹੈ ਜਾਂ ਅਸੀਂ ਕੋਈ ਚਤੁਰਭੁਜ ਬਣਾਉਣੀ ਹੈ, ਉਦੋਂ ਅਸੀਂ ਉਹਦੀ ਸ਼ੁੱਧ ਆਕ੍ਰਿਤੀ ਕਿਵੇਂ ਬਣਾਉਂਦੇ ਹਾਂ ਜਾਂ ਇਸ ਦੀ ਲੋੜ ਬਾਰੇ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦਿੱਤਾ ਹੈ ਕਿ ਜਿੰਨੀ ਦੇਰ ਤੱਕ ਸਾਡੇ ਕੋਲ ਕਿਸੇ ਚੀਜ਼ ਦੀ ਸ਼ੁੱਧ ਆਕ੍ਰਿਤੀ ਨਹੀਂ ਹੁੰਦੀ, ਅਸੀਂ ਸਹੀ ਚੀਜ਼ ਨਹੀਂ ਬਣਾ ਸਕਦੇ, ਠੀਕ ਹੈ। ਅਸੀਂ ਰਫ ਆਈਡੀਆ ਤੇ ਬਣਾ ਲੈਂਦੇ ਹਾਂ। ਜਿਵੇਂ ਕਿ ਤੁਸੀਂ ਰਚਨਾਵਾਂ ਵੇਲੇ ਵੀ ਤੁਹਾਡੇ ਅਧਿਆਪਕ ਜਦੋਂ ਬਲੈਕ ਬੋਰਡ ਦੇ ਉੱਤੇ ਵੀ ਰਚਨਾ ਬਣਾਉਣੀ ਹੋਏ, ਜੇ ਉਹ ਕਹਿਣ ਕਿ ਅੱਜ ਆਪਾਂ ਇੱਕ ਤ੍ਰਿਭੁਜ ਬਣਾਉਣੀ ਹੈ ਤਾਂ ਉਸ ਦੀਆਂ ਆਹ ਭੁਜਾਵਾਂ ਦਿੱਤੀਆਂ ਹੋਣਗੀਆਂ, ਤਾਂ ਇੱਕ ਪਹਿਲਾਂ ਰਫ ਸਕੈਚ ਪੈਨ ਦਾ ਚੌਕ ਦੇ ਨਾਲ ਬਲੈਕ ਬੋਰਡ ਤੇ ਬਣਾ ਦਿੰਦੇ ਹਨ। ਫਿਰ ਉਹ ਆਪਣਾ ਜਿਓਮੈਟਰੀ ਬਾਕਸ ਲਿਆਉਂਦੇ ਨੇ ਵੱਡਾ ਸਾਰਾ, ਫਿਰ ਉਹ ਤੁਹਾਨੂੰ ਬਣਾ ਕੇ ਦਿਖਾਉਂਦੇ ਹਨ, ਠੀਕ ਹੈ। ਤਾਂ ਹੁਣ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਇਹਦੇ ਬਾਰੇ ਦੱਸਿਆ ਹੈ ਕਿ ਸ਼ੁੱਧ ਆਕ੍ਰਿਤੀ ਬਣਾਉਣ ਦੇ ਨਾਲ ਜਿਹੜੀ ਵੀ ਅਸੀਂ ਚੀਜ਼ ਪ੍ਰੈਕਟੀਕਲੀ ਬਣਾਉਣੀ ਹੈ, ਠੀਕ ਹੈ, ਚਾਹੇ ਉਹ ਔਜ਼ਾਰ ਹੋਏ, ਚਾਹੇ ਉਹ ਭਵਨ ਨਿਰਮਾਣ ਕਲਾ ਹੋਏ, ਜਾਂ ਕੋਈ ਅਸੀਂ ਆਪਣੇ ਘਰ ਦੀ ਫਰਨੀਚਰ ਬਣਾਉਣਾ ਹੋਏ, ਤਾਂ ਉਹਨਾਂ ਚੀਜ਼ਾਂ ਦੀ ਸ਼ੁੱਧ ਆਕ੍ਰਿਤੀ ਦੀ ਡਰਾਇੰਗ ਜਾਂ ਰਚਨਾ ਕਰਨੀ ਪੈਂਦੀ ਹੈ, ਠੀਕ ਹੈ। ਤਾਂ ਜਿਵੇਂ ਸਭ ਤੋਂ ਪਹਿਲਾਂ ਨਵਨੀਤ ਮੈਡਮ ਤੁਹਾਡੇ ਕੋਲ 60 ਦੇ ਕੋਣ ਦਾ ਸਮਦਭਾਜਕ ਦੀ ਰਚਨਾ ਕਰਨ ਬਾਰੇ ਗੱਲ ਕਰਨ ਲੱਗੇ ਹਾਂ ਆਪਾਂ, ਠੀਕ ਹੈ। ਦੇਖੋ 60 ਦੇ ਕੋਣ ਦਾ ਤੁਹਾਨੂੰ ਪਤਾ ਹੈ ਕਿ ਛੋਟੀਆਂ ਕਲਾਸਾਂ 'ਚ ਤੁਸੀਂ ਕੀ ਡੀ ਦੇ ਨਾਲ ਬਣਾਉਂਦੇ ਰਹਿੰਦੇ ਸੀ, ਠੀਕ ਹੈ। ਹੁਣ ਅਸੀਂ ਕੋਣ ਤੇ ਤੁਸੀਂ ਕੋਣ ਲਓ ਜੀ, ਅਸੀਂ ਤਾਂ 6ਵੀਂ ਵਿੱਚ ਹੀ ਸਿੱਖ ਲਿਆ ਸੀ 60 ਦਾ ਕੋਣ। ਅਸੀਂ ਇੱਕ ਪਹਿਲਾਂ ਥੱਲੇ ਬੇਸ ਲਾਈਨ ਲੈਂਦੇ ਸੀ, ਫਿਰ ਅਸੀਂ ਆਪਣੀ ਪ੍ਰਕਾਰ ਖੋਲਦੇ ਸੀ, ਫਿਰ ਉਹਦੇ ਨਾਲ ਅਸੀਂ ਚਾਪ ਲਾ ਦਿੰਦੇ ਸੀ। ਉਹ ਚਾਪ ਦੇ ਵਿੱਚੋਂ ਅਸੀਂ ਇੱਕ ਹੋਰ ਰੇਖਾ ਖੰਡ ਲੰਘਾ ਦਿੰਦੇ ਸੀ ਜਾਂ ਰੇਖਾ ਲੰਘਾ ਦਿੰਦੇ ਸੀ, ਤੇ ਇਸ ਤਰ੍ਹਾਂ ਸਾਡੇ ਕੋਲ 60 ਦਾ ਕੋਣ ਬਣ ਜਾਂਦਾ ਸੀ। ਇੱਕ ਤਰ੍ਹਾਂ ਦਾ ਮੈਮ ਰਫ ਸਕੈਚ ਆਪਾਂ ਤਿਆਰ ਕਰਕੇ ਸਾਈਡ ਤੇ ਦਿਖਾ ਦਿੱਤਾ। ਹੁਣ ਅਸੀਂ ਬੱਚਿਆਂ ਨੂੰ ਰਚਨਾ ਅਸਲੀ ਤਰੀਕੇ ਨਾਲ ਬਣਾਉਣ ਦਾ ਦੱਸਾਂਗੇ। ਉਸ ਤੋਂ ਵੀ ਜ਼ਿਆਦਾ ਵੱਡੀ ਗੱਲ ਹੈ ਕਿ ਅਸੀਂ ਕੋਣ ਤਾਂ ਬਣਾਉਣ ਦਾ ਜਾਂ ਕੋਣ ਦਾ ਸਮਦਭਾਜਕ ਕਰਨਾ ਤਾਂ ਸਿੱਖ ਆਏ ਸਾਂ। ਫਿਰ ਅਸੀਂ ਅਗਲੀ ਕਲਾਸ 'ਚ ਵੀ ਸਿੱਖਦੇ ਸੀ, ਅਸੀਂ ਮਿਣ ਕੇ ਵੀ ਵੇਖ ਲੈਂਦੇ ਸਨ ਕਿ ਵਾਕਿਆ ਹੀ ਕੋਣ ਦਾ ਸਮਦਭਾਜਕ ਜਿਹੜਾ ਹੋਇਆ ਹੈ ਉਹਦੇ ਦੋਵੇਂ ਬਣੇ ਕੋਣ ਬਰਾਬਰ ਹਨ। ਇਸ ਦੇ ਵੀ ਗੱਲ ਦੀ ਸਾਨੂੰ ਪਤਾ ਹੁੰਦਾ ਹੈ। ਪਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਕਿਆ ਅਸੀਂ ਦੇਖਦੇ ਹਾਂ ਕਿ ਜਿਹੜੇ ਬਣੇ ਕੋਣ ਆ ਉਹ ਕਿਸ ਤਰ੍ਹਾਂ ਲੌਜੀਕਲੀ, ਕਿਸ ਤਰ੍ਹਾਂ ਜਿਓਮੈਟਰੀ ਦੇ ਨਾਲ ਇਹ ਸਿੱਧ ਹੋ ਜਾਂਦੇ ਹਨ ਕਿ ਇਹ ਬਰਾਬਰ ਹੀ ਹੋਣਗੇ ਔਰ ਹਮੇਸ਼ਾ ਹੀ ਹੁੰਦੇ ਹਨ। ਹੁਣ ਜਿਵੇਂ ਕਿ ਮੈਮ ਬੱਚੇ ਦੇਖੋ ਦੇਖ ਰਹੇ ਆ 60 ਡਿਗਰੀ ਦਾ ਕੋਣ ਬੱਚਿਆਂ ਨੂੰ ਬਣਾਉਣਾ ਸ਼ੁਰੂ ਤੋਂ ਤੁਹਾਨੂੰ ਆਉਂਦਾ ਬੱਚਿਓ। ਆਪਾਂ ਪਹਿਲਾਂ ਇੱਕ ਕਿਰਨ ਲਈ ਸੀ ਏ ਬੀ, ਫਿਰ ਏ ਨੂੰ ਕੇਂਦਰ ਮੰਨ ਕੇ ਅਸੀਂ ਇੱਕ ਖਾਸ ਅਰਧ ਵਿਆਸ ਜਿੰਨਾ ਵੀ ਤੁਸੀਂ ਲੈਣ ਉਹਦੀ ਇੱਕ ਚਾਪ ਲਗਾਈ ਜੋ ਕਿ ਏ ਬੀ ਨੂੰ ਬਿੰਦੂ ਡੀ ਤੇ ਕੱਟ ਰਹੀ ਸੀ। ਫਿਰ ਅਸੀਂ ਉਸੇ ਅਰਧ ਵਿਆਸ ਦੀ ਬਿੰਦੂ ਡੀ ਤੋਂ ਲੈ ਕੇ ਪਹਿਲੀ ਜਿਹੜੀ ਚਾਪ ਉਹਨੂੰ ਕੱਟਿਆ ਜੋ ਬਿੰਦੂ ਈ ਤੇ ਕੱਟੀ। ਕਿਹੜੀ ਬਿੰਦੂ ਤੇ ਕੱਟ ਰਹੀ ਹੈ? ਈ ਤੇ ਕੱਟ ਰਹੀ ਹੈ। ਹਾਂਜੀ। ਔਰ ਉਹਦੇ ਵਿੱਚੋਂ ਕਿਹੜਾ ਰੇਖਾ ਖੰਡ ਲੰਘਾਇਆ ਹੈ? ਹਾਂਜੀ, ਅਸੀਂ ਏਸੀ। ਤਾਂ ਕੋਣ ਜਿਹੜਾ CAB ਬੱਚਿਓ ਸਾਡੇ ਕੋਲ ਕਿੰਨੇ ਡਿਗਰੀ ਦਾ ਬਣਦਾ ਹੈ? 60 ਡਿਗਰੀ ਦਾ। ਇੰਨਾ ਮੈਮ ਬੱਚਿਆਂ ਨੂੰ ਲੱਗ ਰਿਹਾ ਹੋਗਾ ਵੀ ਸਾਨੂੰ ਅੱਜ 60 ਡਿਗਰੀ ਦਾ ਕੋਣ ਕਿਉਂ ਸਿਖਾ ਰਹੇ ਨੇ, ਪਰ ਮੈਮ ਮੈਂ ਅੱਗੇ ਵੀ ਬੱਚਿਆਂ ਨੂੰ ਦੱਸਦੀ ਹੁੰਦੀ ਹਾਂ ਕਿ ਜਿਹੜੀ 9th ਕਲਾਸ ਹੈ ਨਾ, ਮੈਥ ਦਾ ਜਿਹੜਾ ਬੇਸ ਬਣਾਉਣ ਵਾਲੀ ਕਲਾਸ ਹੈ ਬੱਚਿਓ, ਇੱਥੇ ਤੁਹਾਨੂੰ ਕਨਸੈਪਟ ਬੜੀ ਅੱਛੀ ਤਰ੍ਹਾਂ ਜਿਹੜੇ ਉਹ ਸਮਝ ਆਉਂਦੇ ਆ।
ਤੁਸੀਂ ਸਾਰਿਆਂ ਨੇ ਸਰਵੰਗ ਸਮਤਾ ਮੈਮ ਇਹਨਾਂ ਨੇ ਬੜੀ ਅੱਛੀ ਤਰ੍ਹਾਂ ਪੜ੍ਹੀ ਹੈ, ਅਸੀਂ ਉਹਨੂੰ ਯੂਜ਼ ਕਰਕੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਬੱਚਿਓ। ਹੁਣ ਤੁਹਾਡੇ ਸਾਹਮਣੇ ਦੇਖੋ ਤੁਸੀਂ ਧਿਆਨ ਨਾਲ 60 ਡਿਗਰੀ ਦੇ ਕੋਣ ਦਾ ਬੱਚਿਓ ਉਹਨੇ ਕੀ ਖਿੱਚਿਆ ਹੈ, ਸਮਦੁਭਾਜਕ। ਤੁਸੀਂ ਦੇਖ ਰਹੇ ਹੋ ਡਾਟਡ ਲਾਈਨਾਂ ਵੀ ਖਿੱਚ ਸਕਦੇ ਹਾਂ। ਅਕਸਰ ਕਈ ਕਿਤਾਬਾਂ ਦੇ ਵਿੱਚ ਉਸਨੂੰ ਕੱਚੀ ਲਾਈਨ ਡਰਾਇੰਗ ਵਾਲੇ ਤੁਹਾਡੇ ਅਧਿਆਪਕ ਕਹਿੰਦੇ ਹਨ ਵੀ ਕੱਚੀ ਰੇਖਾ ਬਣਾ ਲਓ, ਡਾਟਡ ਦੇ ਲਾਈਨ ਦੇ ਨਾਲ ਵੀ ਖਿੱਚਦੇ ਹਾਂ, ਪਰ ਅਸੀਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਕਿ ਹੁਣ ਜਿਹੜਾ ਤੁਹਾਡਾ ਕੋਣ ਬਣਿਆ ਸੀ CAB, ਉਸ ਦੇ 2 ਹਿੱਸੇ ਹੋ ਗਏ ਹਨ। ਠੀਕ ਹੈ, ਤਾਂ ਹੁਣ ਅਸੀਂ ਇਹ ਦੇਖਣਾ ਹੈ ਕਿ ਇਹ ਕੋਣ ਕੀ ਵਾਕਿਆ ਹੀ ਬਰਾਬਰ ਹਨ। ਤੁਹਾਡੇ ਮਨ ਦੇ ਵਿੱਚ ਬੜਾ ਸਵਾਲ ਆਇਆ ਹੋਣਾ ਵੀ ਕਿਉਂ ਨਹੀਂ, ਅਸੀਂ ਹੁਣੇ ਤੁਹਾਨੂੰ D ਨਾਲ ਮਿਣ ਕੇ ਵਿਖਾ ਦਿੰਨੇ ਹਾਂ, ਪਰ ਠੀਕ ਹੈ ਤੁਸੀਂ ਮਿਣ ਕੇ ਪ੍ਰੈਕਟੀਕਲੀ ਦੇਖ ਸਕਦੇ ਹੋ। ਪਰ ਅਸੀਂ ਲੌਜੀਕਲੀ ਵੀ ਇਸ ਨੂੰ, ਜਿਹੜੇ ਸਾਡੇ ਮਾਨ ਗਣਿਤਕਾਰਾਂ ਸੀ ਉਹਨਾਂ ਨੇ ਸਾਨੂੰ ਇਹੋ ਜਿਹੇ ਜਵਾਬ ਦੇ ਦਿੱਤੇ, ਤੇ ਹੁਣ ਤੁਸੀਂ ਵੀ ਖੁਦ ਆਪਣੇ ਆਪ ਦੱਸ ਸਕਦੇ ਹੋ ਕਿ ਲਓ ਜੀ ਇਹ ਪੱਕਾ ਹੀ ਜਿਹੜਾ ਹੈ ਸਮਦਭਾਜਕ ਹੋਏਗਾ, ਜਾਂ 60 ਦੇ ਕੋਣ ਅਤੇ ਇਸ ਦੇ ਸਮਦਭਾਜਕ ਦੀ ਰਚਨਾ ਅਸੀਂ ਕੀਤੀ ਹੈ ਤਾਂ ਅਸੀਂ ਲੱਭ ਸਕਦੇ ਹਾਂ ਕਿ ਇਹ ਕੋਣ 60 ਦਾ ਵੀ ਹੈ। ਬਿਲਕੁਲ ਠੀਕ ਹੈ, ਤਾਂ ਇਹ ਦੇਖੋ ਬੱਚਿਓ ਤੁਹਾਡੇ ਸਾਹਮਣੇ ਹੁਣੇ ਜਿਵੇਂ ਮੈਮ ਨੇ ਦੱਸਿਆ ਕਿ ਹੁਣ ਮੈਮ ਨੇ ਜਿਹੜੀ ਗੱਲ ਕੀਤੀ ਹੈ, ਤੁਹਾਡੇ ਲਈ ਇੱਕ ਕੁਐਸਚਨ ਬਣ ਰਿਹਾ ਵੀ 60 ਡਿਗਰੀ ਦਾ ਕੋਣ ਤਾਂ ਅਸੀਂ 6ਵੀਂ ਤੋਂ ਬਣਾ ਰਹੇ ਹਾਂ, ਸਾਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਵੀ ਇਹ 60 ਡਿਗਰੀ ਦਾ, ਤੁਹਾਨੂੰ ਟੀਚਰਸ ਨੇ ਦੱਸਿਆ, ਸਾਨੂੰ ਵੀ ਦੱਸਿਆ, ਅਸੀਂ ਮੰਨ ਲਿਆ ਵੀ 60 ਡਿਗਰੀ ਦਾ ਕੋਣ। ਹਾਂ, ਤੁਸੀਂ ਇਹਨੂੰ ਫਿਰ ਅੱਗੇ ਇੱਕ ਵਾਰੀ ਹੋਰ ਕਰ ਲਿਆ, 120 ਦਾ ਹੋ ਗਿਆ, ਫਿਰ ਅਸੀਂ ਇਹਨੂੰ ਦੱਸਤਾ ਇੱਕ ਵਾਰੀ ਹੋਰ ਕਰ ਲਿਆ, ਸਿੱਧੀ ਲਾਈਨ ਬਣ 180। ਪਰ ਸ਼ਾਇਦ ਉਦੋਂ ਅਸੀਂ ਛੋਟੇ ਸੀ, ਅਸੀਂ ਮਨ ਚ ਸੋਚਿਆ ਹੀ ਨਹੀਂ ਵੀ ਇਹ 60 ਕਿਵੇਂ ਹੋ ਗਿਆ। ਠੀਕ ਹੈ, ਤਾਂ ਅੱਜ ਆਪਾਂ ਇਹਦੀ ਚਰਚਾ ਕਰਨ ਲੱਗੇ ਹਾਂ, ਜਿਹੜੀ ਬਹੁਤ ਹੀ ਇੰਟਰਸਟਿੰਗ ਹੈ। ਇੱਕ ਤੁਸੀਂ ਦੇਖ ਰਹੇ ਹੋਗੇ ਬੱਚਿਓ ਕਿ ਜਦੋਂ ਇਹ ਕੋਣ ਬਣ ਗਿਆ ਤੇ ਅਸੀਂ E ਤੇ D ਨੂੰ ਇੱਕ ਡਾਟਡ ਲਾਈਨ ਨਾਲ ਰਚਨਾ ਕੀਤੀ ਹੈ। ਇਹ ਵੀ ਅਸੀਂ ਰਚਨਾ ਕੀਤੀ ਹੈ, ਖੁਦ ਆਪ ਬਣਾਈ। ਰਚਨਾ ਦਾ ਮਤਲਬ ਇਹ ਹੁੰਦਾ ਕਿ ਖੁਦ ਬਣਾਉਣਾ। E ਤੇ ਬਿੰਦੂ D ਨੂੰ ਮਿਲਾ ਕੇ ਜਦੋਂ ਅਸੀਂ ਮਿਲਾਤਾ ਤੇ ਸਾਡੇ ਕੋਲ ਇੱਕ ਤ੍ਰਿਭੁਜ ਬਣ ਗਈ। ਠੀਕ ਹੈ ਜੀ, ਹੁਣ ਤੁਸੀਂ ਤ੍ਰਿਭੁਜ ਦਾ ਨਾਮ ਦੱਸੋ ਕਿਆ ਬਣਿਆ? ਇਹ ਬਣ ਗਿਆ AED। ਠੀਕ ਹੈ, AED ਬਣ ਗਈ। ਦੇਖ ਪਾ ਰਹੇ ਹੋ ਬੱਚਿਓ, AE ਤੇ D ਇਹ ਤ੍ਰਿਭੁਜ ਬਣ ਗਈ ਹੈ। ਠੀਕ ਹੈ, ਤਾਂ ਹੁਣ ਇਹਦੇ ਚ ਦੇਖੀਏ ਬਈ ਅੱਗੇ ਇਹ ਲਿਖਿਆ ਹੈ ਕਿ AD ਬਰਾਬਰ D ਬਰਾਬਰ AE। ਹੁਣ ਮੈਂ ਤੁਹਾਨੂੰ ਇਹ ਪੁੱਛਾਂਗੀ ਵੀ ਇਹ ਸਾਰੀਆਂ ਭੁਜਾਵਾਂ ਜਿੱਤੇ ਮੈਡਮ ਇਹਨੇ ਤੇ ਡਾਟ ਲਗਾ ਰਹੇ ਹਨ, ਲਾਈਨ ਲਗਾ ਰਹੇ ਹਨ, ਕਿ ਇਹ ਸਾਰੀਆਂ ਭੁਜਾਵਾਂ ਬਰਾਬਰ ਕਿਵੇਂ ਹਨ? ਹੁਣ ਤੁਸੀਂ ਜਰਾ ਸੋਚੋ, ਮੈਂ ਤੁਹਾਨੂੰ ਹੀ ਪੁੱਛ ਰਹੀ ਹਾਂ ਕਿ AD ਬਰਾਬਰ D ਬਰਾਬਰ AE ਹੈ, ਮੈਂ ਲਿਖ ਦਿੱਤਾ, ਤੁਹਾਡੇ ਅਧਿਆਪਕ ਨੇ ਵੀ ਲਿਖ ਦਿੱਤਾ, ਪਰ ਤੁਸੀਂ ਇਹ ਸੋਚਣਾ ਹੈ ਵੀ ਇਹ ਬਰਾਬਰ ਕਿਵੇਂ ਹੈ। ਦੇਖੋ ਬੜੀ ਹੀ ਆਸਾਨੀ ਦੀ ਗੱਲ ਹੈ ਕਿ ਜਦੋਂ ਤੁਸੀਂ ਇਹਨੂੰ ਬਣਾਇਆ, ਪ੍ਰਕਾਰ ਸੀ ਤੁਹਾਡੇ ਕੋਲ, ਤੁਸੀਂ ਪਹਿਲੀ ਵਾਰ ਪ੍ਰਕਾਰ ਕਿੱਥੇ ਰੱਖੀ? ਬਿੰਦੂ A ਤੇ ਰੱਖੀ। ਠੀਕ ਹੈ, ਤੇ ਤੁਸੀਂ ਉਹਦੀ ਕਿੰਨੀ ਖੋਲਿਆ? ਉਸ ਨੂੰ D ਜਿੰਨਾ। ਠੀਕ ਹੈ, ਉਹ ਚਾਪ ਲਗਾਈ, ਉਹ ਚਾਪ ਚਲਦੀ ਚਲਦੀ ਉਸਨੇ ਤੁਹਾਡੇ ਕੋਲ ਕੀ ਹੈ E ਤੱਕ ਚਲੇਗੀ। ਜਦੋਂ ਤੁਸੀਂ ਉਹਨੂੰ ਕੱਟਿਆ ਤਾਂ ਉਸ ਚਾਪ ਦਾ AD ਬਰਾਬਰ AE ਆਏਗੀ। ਤੁਸੀਂ ਆਪਣੀ ਪ੍ਰਕਾਰ ਦਾ ਜਿੰਨਾ ਤੁਸੀਂ ਖੋਲਿਆ ਸੀ ਉਸ ਨੂੰ ਵਧਾਇਆ ਘਟਾਇਆ ਨਹੀਂ ਨਾ ਡਿਊਰਿੰਗ ਦਿਸ ਪੀਰੀਅਡ। ਇਹਦਾ ਮਤਲਬ ਜਿੰਨੀ ਤੁਸੀਂ ਚਾਪ AD ਨਾਲ ਲਗਾਈ ਹੈ ਦੂਰੀ ਤੇ, ਓਨਾ ਹੀ ਉਹ AE ਹੈ। ਠੀਕ ਹੈ ਜੀ, ਤਾਂ ਉਸ ਨੂੰ ਇਹਦਾ ਮਤਲਬ AD ਬਰਾਬਰ AD ਬਰਾਬਰ ਜਿਹੜਾ ਤੁਹਾਨੂੰ AE ਤਾਂ ਬਹੁਤ ਆਸਾਨੀ ਨਾਲ ਸਮਝ ਲੱਗ ਗਿਆ ਕਿ ਇਹ ਬਰਾਬਰ ਹੀ ਹਨ ਤ੍ਰਿਭੁਜ ਦੀਆਂ ਦੋ ਭੁਜਾਵਾਂ। ਹੁਣ ਰਹਿ ਗਈ ਵੀ ED ਕਿਵੇਂ ਬਰਾਬਰ ਹੋਗੀ। ਹੁਣ ਤੁਸੀਂ ਜਦੋਂ ਦੂਸਰੀ ਵਾਰੀ ਪ੍ਰਕਾਰ ਰੱਖੀ, ਜਦੋਂ ਤੁਸੀਂ 60 ਦਾ ਕੋਣ ਬਣਾਉਣਾ ਸੀ ਬੱਚਿਆਂ ਨੇ, ਉਦੋਂ ਤੁਸੀਂ ਕਿੱਥੇ ਰੱਖੀ? ਆਪਣਾ D ਤੇ ਰੱਖ ਲਈ। ਠੀਕ ਹੈ, ਜਿੱਥੇ ਮੈਡਮ ਪੁਆਇੰਟ ਆਊਟ ਲਗਾ ਰਹੇ ਹਨ, D ਤੇ ਰੱਖ ਕੇ ਤੁਸੀਂ ਬਿਨਾਂ ਪ੍ਰਕਾਰ ਨੂੰ ਹਿਲਾਏ ਜਿੰਨੀ ਉਹ ਤੁਸੀਂ ਖੋਲੀ ਹੋਈ ਸੀ ਓਨਾ ਤੁਸੀਂ ਉਹਨੂੰ ਕੱਟ ਕਰਤਾ। ਇਹਦਾ ਮਤਲਬ ਇਹ ਵੀ ਦੀ ਰੇਖਾ ਖੰਡ ਦੀ ਲੰਬਾਈ ਵੀ ਓਨੀ ਹੀ ਰਹਿ ਗਈ। ਇਹਦਾ ਮਤਲਬ ਚਾਹੇ ਰੇਖਾ ਖੰਡ AE ਹੋਏ, ਚਾਹੇ AD ਹੋਏ, ਚਾਹੇ DE ਹੋਏ ਜਾਂ ED ਹੋਏ, ਇਹ ਸਾਰਿਆਂ ਦਾ ਜਿਹੜੀ ਲੰਬਾਈ ਹੈ ਉਹ ਬਰਾਬਰ ਹੈ। ਇਹਦਾ ਮਤਲਬ ਇੱਕ ਤ੍ਰਿਭੁਜ ਇਹੋ ਜੀ ਬਣ ਗਈ ਜਿਸ ਦੇ ਵਿੱਚ ਤਿੰਨੇ ਭੁਜਾਵਾਂ ਦੀ ਲੰਬਾਈ ਜਿਹੜੀ ਹੈ ਉਹ ਬਰਾਬਰ ਹੈ। ਤੇ ਤੁਸੀਂ ਪੜ੍ਹਦੇ ਆਏ ਹੋ, ਨਾਓ ਯੂ ਆਰ ਇਨ ਕਲਾਸ 9, ਕਿ ਇਹੋ ਜੀ ਤ੍ਰਿਭੁਜ ਜਿਸ ਦੀਆਂ ਤਿੰਨੇ ਭੁਜਾਵਾਂ ਬਰਾਬਰ ਹੁੰਦੀਆਂ ਨੇ, ਮੈਡਮ ਨੇ ਲਾਈਨ ਲਗਾ ਦਿੱਤੀ ਹੈ, ਉਸ ਦਾ ਨਾਮ ਕੀ ਹੁੰਦਾ? ਸਮਭੁਜੀ। ਸਮ ਮਨੇ ਬਰਾਬਰ, ਭੁਜੀ ਤ੍ਰਿਭੁਜ। ਜਾਂ ਅਸੀਂ ਆਪਾਂ ਅੰਗਰੇਜ਼ੀ ਵਿੱਚ, ਤੁਸੀਂ ਕੁਝ ਬੱਚੇ ਇੰਗਲਿਸ਼ ਮੀਡੀਅਮ 'ਚ ਵੀ ਪੜ੍ਹਦੇ ਹਨ, ਤਾਂ ਉਹ ਇਕੁਇਲੇਟਰਲ ਟ੍ਰਾਇੰਗਲ ਬਣ ਜਾਂਦੀ ਹੈ। ਤੇ ਹੁਣ ਤੇ ਤੁਹਾਨੂੰ ਅੱਗੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਹੈ। ਜਦੋਂ ਇਕੁਇਲੇਟਰਲ ਟ੍ਰਾਇੰਗਲ ਹੋ ਗਈ ਤਾਂ ਸਾਡੇ ਕੋਲ 3 ਕੋਣ ਹੁੰਦੇ ਹਨ, ਤਿੰਨੇ ਕੋਣ ਬਰਾਬਰ ਹੋਣਗੇ ਤੇ ਤਿੰਨਾਂ ਕੋਣਾਂ ਦਾ ਜੋੜ ਕਿੰਨਾ ਆਏਗਾ? 180। ਤੇ 180 ਨੂੰ ਅਗਰ ਅਸੀਂ ਬਰਾਬਰ 3 ਹਿੱਸਿਆਂ 'ਚ ਵੰਡਦੇ ਹਾਂ ਤਾਂ ਹਰੇਕ ਕੋਣ ਸਾਡੇ ਕੋਲ ਕਿੰਨਾ ਆ ਜਾਏਗਾ? 60 ਡਿਗਰੀ ਦਾ। ਇਹਦਾ ਮਤਲਬ
ਕਿ ਜਿਹੜਾ ਤੁਸੀਂ ਕੋਣ ਬਣਾਇਆ ਸੀ, ਜਿਹੜਾ ਅਸੀਂ ਸੋਚਦੇ ਸੀ ਵੀ 60 ਦਾ ਕੋਣ ਇਵੇਂ ਬਣਾਉਣਾ ਹੈ, ਵੀ ਇੱਥੇ ਚਾਪ ਲਗਾਣੀ ਹੈ, ਫਿਰ 19 ਨਾਲ ਕੱਟ ਦੇਣਾ ਹੈ, ਤੇ 60 ਦਾ ਬਣ ਗਿਆ। ਅਸੀਂ ਸਿੱਖ ਤੇ ਲਿਆ ਸੀ ਬੰਨਾ, ਪਰ ਅੱਜ ਅਸੀਂ ਉਸ ਨੂੰ ਪ੍ਰੂਫ ਵੀ ਕਰ ਦਿੱਤਾ, ਸਬੂਤ ਦੇਤਾ ਵੀ ਇਹ ਜਿਹੜਾ ਕੋਣ ਬਣਿਆ ਹੈ CAB ਬਰਾਬਰ 60 ਹੈ। ਇਹੋ ਹੀ ਬੇਟਾ ਗਣਿਤ ਦੇ ਵਿੱਚ ਰਚਨਾਵਾਂ ਦੀ ਜਿਹੜੀ ਖੂਬੀ ਹੈ ਕਿ ਅਸੀਂ ਜਿਹੜੀ ਚੀਜ਼ ਬਣਾਉਂਦੇ ਹਾਂ ਉਸਦਾ ਪ੍ਰੂਫ ਵੀ ਦੇ ਸਕਦੇ ਹਾਂ। ਤਾਂ ਇਸੇ ਨੂੰ ਮੈਥਮੈਟਿਕਸ ਪੜ੍ਹਨ ਦਾ ਫਾਇਦਾ ਵੀ ਹੈ। ਇਸ ਤਰ੍ਹਾਂ ਦਾ ਤੁਸੀਂ ਜਿਹੜਾ ਬਣੀ ਆਕ੍ਰਿਤੀ ਹੈ ਉਹ ਇੱਕ ਸ਼ੁੱਧ ਆਕ੍ਰਿਤੀ ਅਖਾਂਦੀ ਹੈ। ਤਾਂ ਮੇਰਾ ਖਿਆਲ ਹੈ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਹੈਗਾ ਕਿ ਜਿਹੜਾ ਤੁਸੀਂ ਅੱਜ ਤੱਕ 60 ਡਿਗਰੀ ਦਾ ਕੋਣ ਬਣਾਉਂਦੇ ਸੀ ਉਹ ਕਿਉਂ 60 ਡਿਗਰੀ ਹੈ। ਠੀਕ ਹੈ, ਪਹਿਲਾਂ ਤੁਸੀਂ ਕੋਣ ਬਣਾਉਣਾ ਸਿੱਖਿਆ, ਮਿਣਨਾ ਸਿੱਖਿਆ, ਠੀਕ ਹੈ, ਦੁਭਾਜਕ ਸਿੱਖਿਆ, ਫਿਰ ਤੁਸੀਂ ਸਰਵੰਗ ਸੰਗਤਾ ਦਾ ਨਿਯਮ ਵੀ ਸਿੱਖੇ ਪਹਿਲਾਂ। ਠੀਕ ਹੈ, ਸਿੱਖਣ ਤੋਂ ਬਾਅਦ ਤੁਸੀਂ ਅੱਜ ਇਹ ਕਹਿ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਬਣਿਆ ਕੋਣ ਹੈ ਉਹ 60 ਡਿਗਰੀ ਦਾ। ਹੁਣ ਕਿਉਂਕਿ ਰਚਨਾ ਸਾਡੀ ਤੁਹਾਡੀ ਕੀ ਸੀ, ਰਚਨਾ ਇਹ ਸੀ ਕਿ ਅਸੀਂ ਜਿਹੜਾ ਦਿੱਤਾ ਹੋਇਆ ਕੋਣ ਹੈ 60 ਡਿਗਰੀ ਜਾਂ ਜਿਹੜਾ ਤੁਸੀਂ ਕੋਣ ਬਣਾਇਆ ਹੈ 60 ਡਿਗਰੀ ਮਾਪ ਦਾ, ਉਸ ਦਾ ਕੀ ਕਰਨਾ ਸੀ, ਸਮ ਦੁਭਾਜਕ ਲੱਭਣਾ ਸੀ। ਸਮ ਦੇ ਮਤਲਬ ਬਰਾਬਰ, ਦੁਭਾਜਕ ਬਣਨੇ ਸੀ, 2 ਹਿੱਸੇ ਕਰਨੇ ਸੀ। ਚਲੋ ਮੈਮ ਤੁਸੀਂ ਹੁਣ ਆਪਣੀ ਫਿਗਰ ਨੂੰ ਦੁਬਾਰਾ ਐਕਸਪਲੇਨ ਕਰੋ। ਹਾਂਜੀ ਬੱਚਿਓ, ਆਪਾਂ ਪਹਿਲਾਂ ਇਹ ਪ੍ਰੂਫ ਕਰ ਲਿਆ ਕਿ 60 ਡਿਗਰੀ ਦਾ। ਹੁਣ ਮੈਂ ਫੇਰ ਤੋਂ, ਤੁਸੀਂ ਦੇਖੋ ਪਹਿਲੀ ਜਿਹੜੀ ਫਿਗਰ ਹੈ ਉਹਦੇ ਵਿੱਚ ਜਿਹੜਾ ਕੋਣ CBA ਜਾਂ ABC ਅਸੀਂ ਇਹ 60 ਡਿਗਰੀ ਦਾ ਬਣਾਇਆ। ਅਸੀਂ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਮੈਮ ਆਪਾਂ ਬੱਚਿਆਂ ਨੂੰ ਦਿਖਾ ਚੁੱਕੇ ਹਾਂ, ਅਸੀਂ ਉਹਦੇ 'ਚ ਤੁਹਾਨੂੰ ਦੱਸਿਆ ਸੀ ਕਿ ਸਮ ਦੁਭਾਜਕ ਹੈ ਉਹ ਕਿਵੇਂ ਖਿੱਚਣਾ ਹੈ। ਤੇ ਹੁਣ ਬੱਚਿਓ ਤੁਹਾਡੇ ਸਾਹਮਣੇ ਇਹ ਇੱਕ ਉਸੇ ਦੀ ਡਾਇਗਰਾਮ ਬਣਿਆ ਹੋਇਆ ਹੈ ਕਿ ਆਪਣੇ ਕੋਲ ਜਿਹੜਾ ਕੋਣ ABC ਹੈ ਇਹ ਆਪਣੇ ਕੋਲ 60 ਡਿਗਰੀ ਦਾ ਹੈ। ਫਿਰ ਅਸੀਂ ਕੀ ਕੀਤਾ, E ਅਤੇ D ਤੇ ਫਿਰ ਅਸੀਂ ਅਰਧ ਵਿਆਸ ਜਿਹੜਾ ਲੈਣਾ ਉਹ ਚੇਂਜ ਕਰ ਸਕਦੇ ਹਾਂ ਪਹਿਲਾਂ ਨਾਲੋਂ। ਜੋ ਅਸੀਂ ਪਹਿਲਾਂ 60 ਡਿਗਰੀ ਲਈ ਅਕਸਰ ਤੁਹਾਡੇ ਅਧਿਆਪਕ ਇਹ ਕਹਿੰਦੇ ਆ ਕਿ ਜਿਵੇਂ ਤੁਸੀਂ ਉਹਨੂੰ D ਤੇ ਰੱਖਦੇ ਹੋ, ਜਿੰਨੀ ਤੁਸੀਂ ਚਾਪ ਲਗਾ ਲਈ ਹੈ ED, ਉਹ ਅੱਧ ਤੋਂ ਥੋੜੀ ਜਿਹੀ ਵੱਧ ਪ੍ਰਕਾਰ ਖੋਲ ਲਓ। ਠੀਕ ਹੈ, ਉਹਦੇ ਨਾਲ ਕੀ ਹੁੰਦਾ ਕਿ ਜਿਹੜੀ ਤੁਸੀਂ ਚਾਪਾਂ ਲਾਉਂਦੇ ਹੋ ਨਾ ਉਹਦੀ ਸਫਾਈ ਔਰ ਵਧੀਆ ਔਰ ਸਪਸ਼ਟ ਲੱਗਦੀਆਂ ਹਨ। ਠੀਕ ਹੈ, ਅੱਧ ਤੋਂ ਘੱਟ ਨਹੀਂ ਲੈਣਾ, ਅੱਧ ਤੋਂ ਥੋੜਾ ਜਿਹਾ ਵੱਧ ਲੈਣਾ ਹੈ। ਤਾਂ ਪਹਿਲੀ ਵਾਰੀ ਤੁਸੀਂ ਜਿਹੜੀ ਚਾਪ ਹੈ D ਦੇ ਉੱਤੇ ਰੱਖ ਕੇ ਪ੍ਰਕਾਰ, ਅਗਰ ਤੁਹਾਡੇ ਕੋਲ ਜਿਓਮੈਟਰੀ ਬਾਕਸ ਖੁੱਲਾ ਹੈ ਤੇ ਅਸੀਂ ਆਰਾਮ ਨਾਲ ਤੁਹਾਨੂੰ ਦੱਸ ਰਹੇ ਹਾਂ ਜਿਹੜਾ ਤੁਸੀਂ ਕੋਣ ਬਣਾਇਆ ਹੈ, ਜੇ ਅਗਰ ਉਹਦਾ ਤੁਸੀਂ ਨਾਂ ਵੀ ਇਸੇ ਤਰ੍ਹਾਂ ABC ਰੱਖਿਆ ਹੈ ਤਾਂ ਤੁਸੀਂ D ਦੇ ਉੱਤੇ ਲਗਾ ਕੇ, ਬਿੰਦੂ ਦੇ ਉੱਤੇ ਆਪਣੀ ਪ੍ਰਕਾਰ ਖੋਲ ਕੇ ਇੱਕ ਚਾਪ ਲਗਾ ਸਕਦੇ ਹੋ। ਠੀਕ ਹੈ, ਹੁਣ ਜਿੰਨੀ ਤੁਸੀਂ ਪ੍ਰਕਾਰ ਖੋਲੀਏ ਹੁਣ ਇਸ ਨੂੰ ਨਹੀਂ ਹਿਲਾਉਣਾ। ਠੀਕ ਹੈ ਜੀ ਮੈਮ, ਦੁਬਾਰਾ ਸੇਮ ਨਹੀਂ ਆਪਾਂ ਹਿਲਾਉਣਾ ਬਈ। ਹੁਣ ਅਸੀਂ ਦੂਸਰੇ ਪਾਸੇ ਜਿੱਥੇ ਉਸਨੇ ਕੱਟਿਆ ਸੀ ਉਸ ਐਂਗਲ ਨੂੰ, ਮੰਨ ਲਓ ਇਹ ਬਿੰਦੂ E ਤੇ ਕੱਟਿਆ ਜਾਂ ਤੁਸੀਂ ਆਪਣਾ ਨਾਂ ਬਿੰਦੂ E ਰੱਖ ਦਿੱਤਾ ਹੈ, ਉਧਰੋਂ ਓਨੀ ਹੀ ਚਾਪ ਖੁੱਲੀ ਰਹਿਣ ਦੇਣੀ ਆ। ਉਹ ਤੁਸੀਂ ਦੇਖੋਗੇ ਚਾਪ ਬੜੀ ਹੀ ਖੂਬਸੂਰਤੀ ਦੇ ਨਾਲ ਉਸ ਚਾਪ ਨੂੰ ਕੱਟੇਗੀ। ਠੀਕ ਹੈ, ਤੇ ਜਿੱਥੇ ਕੱਟੇਗੀ ਉਹ ਸਾਂਝਾ ਬਿੰਦੂ ਆ ਜਾਏਗਾ। ਉਸਦਾ ਨਾਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਸਕਦੇ ਹਾਂ। ਇੱਥੇ ਮੈਡਮ ਨੇ ਇਸਦਾ ਨਾਮ ਜਿਹੜਾ ਹੈ ਉਹ F ਰੱਖਿਆ ਹੋਇਆ। ਠੀਕ ਹੈ ਜੀ, ਤਾਂ ਹੁਣ F ਬਿੰਦੂ ਵਿੱਚੋਂ ਲੰਘਦੀ ਹੋਈ ਤੇ B ਤੇ F ਨੂੰ ਮਿਲਾਉਂਦੀ ਹੋਈ ਇੱਕ ਰੇਖਾ ਖੰਡ ਖਿੱਚ ਦਿੱਤੀ ਗਈ। ਠੀਕ ਹੈ, ਕਿ ਇਸ ਨੂੰ ਅਸੀਂ ਸਮ ਦੁਭਾਜਕ ਬੱਚਿਓ ਤੁਸੀਂ ਕਹਿੰਦੇ ਹੋ ਨਾ ਕਿ ਇਸ ਕੋਣ ਦਾ, ਕਿਹੜੇ ਕੋਣ ਦਾ ਸਮ ਦੁਭਾਜਕ ਹੈ, ABC ਦਾ। BF ਕੋਣ ABC ਦਾ ਸਮ ਦੁਭਾਜਕ ਹੈ ਜੋ ਕਿ ਕੋਣ ABC ਨੂੰ 2 ਬਰਾਬਰ ਭਾਗਾਂ ਵਿੱਚ ਵੰਡਦਾ ਹੈ। ਹੁਣ ਜਰਾ ਨਿਸ਼ਾਨੀ ਲਗਾਓ ਵੀ ਕਿਹੜੇ ਕੋਣ 2 ਆਪਸ ਵਿੱਚ ਬਰਾਬਰ ਬਣ ਗਏ ਹਨ। ਕਿਹੜੇ ਕੋਣ 2 ਬਰਾਬਰ ਆਪਸ ਵਿੱਚ ਬਣ ਗਏ ਹਨ, ABF ਬੱਚਿਓ। ਆ ਦੇਖੋ ਤੁਸੀਂ ਦੇਖ ਪਾ ਰਹੇ ਹੋ ਬਿਲਕੁਲ। ਤੇ ਦੂਸਰਾ ਜਿਹੜਾ ਕੋਣ ਹੈ ਉਹ ਹੈ ਕੋਣ FBC ਜਾਂ CBF, ਇਹ ਵਾਲਾ ਕੋਣ। ਇਹ ਜਿਹੜੇ 2 ਕੋਣ ਹੈ ਬੱਚਿਓ ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹਨ, ਇਸੇ ਕਰਕੇ BF ਇਸ ਦਾ ਸਮ ਦੁਭਾਜਕ ਹੈ। ਕਈ ਵਾਰ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਦੀ ਨਿਸ਼ਾਨੀ ਲਾ ਕੇ ਵੀ ਬਰਾਬਰ ਸ਼ੋ ਕਰ ਦਿੰਦੇ ਆ ਵੀ ਇਹ ਕੋਣ, ਜਦੋਂ ਅਸੀਂ ਮਤਲਬ ਸਾਡੇ ਕੋਲ ਕਾਫੀ ਜ਼ਿਆਦਾ ਕਈ ਵਾਰੀ ਕੋਣ ਹੁੰਦੇ ਹਨ ਤਾਂ ਅਸੀਂ ਅਕਸਰ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਵੀ ਦੱਸ ਦਿੰਦੇ ਆ ਵੀ ਇਹ ਕੋਣ ਜਿਹੜੇ ਆ ਉਹ ਬਰਾਬਰ ਹਨ, ਦੂਰੋਂ ਹੀ ਪਤਾ ਲੱਗ ਜਾਂਦਾ। ਹੁਣ ਤੁਸੀਂ ਕਹੋਗੇ ਕਿ ਅਸੀਂ ਕੋਣ ਬਣਾ ਲਏ, ਅਸੀਂ ਤੁਹਾਨੂੰ ਮਿਣ ਕੇ ਦਿਖਾ ਦਿੰਨੇ ਆ ਬਰਾਬਰ ਹੈ। ਇਹ ਵੀ ਇੱਕ ਤਰੀਕਾ ਹੈ, ਮਤਲਬ ਅਸੀਂ ਮੰਨ ਜਾਵਾਂਗੇ ਤੁਹਾਡੀ ਗੱਲ। ਠੀਕ ਹੈ, ਮਿਣਨ ਵਾਸਤੇ ਤੁਸੀਂ ਕਿਆ ਵਰਤੋਗੇ, ਵੈਰੀ ਗੁੱਡ, ਤੁਸੀਂ ਪ੍ਰੋਟੈਕਟਰ ਦੀ ਵਰਤੋਂ ਕਰੋਗੇ। ਠੀਕ ਹੈ, ਪਰ ਅਸੀਂ ਇਸ ਨੂੰ ਆਪਣੇ, ਕਿਉਂਕਿ ਹੁਣ ਅਸੀਂ ਗਣਿਤਕਾਰ ਦੀ ਤਰ੍ਹਾਂ ਗੱਲ ਕਰ ਰਹੇ ਹਾਂ, ਇੱਕ ਅਸੀਂ ਮੈਥਮੈਟਿਕਲੀ ਗੱਲ ਨੂੰ ਪ੍ਰੂਵ ਕਰਨ ਲੱਗੇ ਹਾਂ ਕਿ ਇਹ ਕੋਣ ਜਿਹੜੇ ਬਣੇ ਹਨ ਜਾਂ ਜਿਹੜਾ ਅਸੀਂ ਸਮ ਦੁਭਾਜਕ ਬਣਾਇਆ ਹੈ, ਇਸ ਨੇ ਜਿਹੜਾ ਪਹਿਲਾ ਸਾਡਾ ਦਿੱਤਾ ਹੋਇਆ ਕੋਣ ABC ਸੀ ਜਿਸ ਦਾ ਮਾਪ 60 ਡਿਗਰੀ ਹੈ ਇੱਥੇ ਲਿਆ,
ਉਹ ਹੁਣ ਬਰਾਬਰ ਹੈ। ਤੁਸੀਂ ਦੇਖੋਗੇ ਕਿ ਇਹ 60 ਡਿਗਰੀ ਦੀ ਗੱਲ ਕੀ, ਬਾਅਦ ਚ ਤੁਸੀਂ ਦੇਖੋਗੇ ਕਿ ਕੋਈ ਵੀ ਸਮਦਵਾਚਕ ਤੁਸੀਂ ਕਿਸੇ ਦੇ ਕਿਸੇ ਕੋਣ ਦਾ ਹਮੇਸ਼ਾ ਉਹ ਦਿੱਤੇ ਹੋਏ ਕੋਣ ਨੂੰ ਬਿਲਕੁਲ ਦੋ ਬਰਾਬਰ ਹਿੱਸਿਆਂ 'ਚ ਵੰਡੇਗਾ, ਚਾਹੇ ਉਹ ਕੋਣ ਕਿਸੇ ਵੀ ਡਿਗਰੀ ਦਾ ਹੋਏ। ਤਾਂ ਇਸ ਤਰ੍ਹਾਂ ਹੁਣ ਤੁਹਾਨੂੰ ਮੈਮ ਦੱਸਣਗੇ ਕਿ ਇਹ ਆਪਾਂ ਕਿਵੇਂ ਬਰਾਬਰ ਕਰਨ ਲੱਗੇ। ਹੁਣ ਬੜੀ ਹੀ ਧਿਆਨ ਨਾਲ ਤੁਸੀਂ ਇਸ ਚਿੱਤਰ ਨੂੰ ਦੇਖਣਾ ਹੈ। ਬੱਚਿਓ ਹਾਂਜੀ ਬੱਚਿਓ, ਜਿਵੇਂ ਮੈਮ ਨੇ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਉਹ 60 ਡਿਗਰੀ ਦਾ ਕੋਣ ਕਿਵੇਂ ਬਣਿਆ, ਹੁਣ ਅਸੀਂ ਇਹੀ ਪ੍ਰੂਵ ਕਰਾਂਗੇ ਕਿ ਸਮਦੁਭਾਜਕ ਕਿਵੇਂ ਹੈ। ਤਾਂ ਅਸੀਂ ਇਸ ਲਈ ਸਭ ਤੋਂ ਪਹਿਲਾਂ ਆਪਾਂ ਜਿਹੜਾ ਬਿੰਦੂ F ਸੀ, ਅਸੀਂ ਉਸ ਨੂੰ EF ਤੇ DF ਨੂੰ ਮਿਲਾ ਲੈਂਦੇ ਹਾਂ ਬੱਚਿਓ, ਤਾਂ ਕਿ ਅਸੀਂ ਪ੍ਰੂਵ ਕਰ ਸਕੀਏ। ਤਾਂ ਹੀ ਕਰਕੇ ਡਾਟਡ ਲਾਈਨ ਤੁਹਾਡੇ ਕੋਲ ਲੱਗੀ ਹੋਈ ਹੈ। ਤਾਂ ਤੁਸੀਂ ਦੇਖ ਪਾ ਰਹੇ ਹੋ ਸਾਡੇ ਕੋਲ ਮੈਮ ਅਸੀਂ ਬੱਚਿਆਂ ਨੂੰ ਦਿਖਾ ਰਹੇ ਹਾਂ ਦੋ ਤ੍ਰਿਭੁਜ ਬਣ ਰਹੇ ਨੇ। ਇੱਕ ਸਾਡੇ ਕੋਲ ਬਣ ਰਿਹਾ ਤ੍ਰਿਭੁਜ BEF, ਮੈਂ ਦੂਸਰਾ ਤ੍ਰਿਭੁਜ ਤੁਸੀਂ ਦੱਸ ਦਿੱਤਾ BDF, ਦੂਸਰਾ BDF। ਹਾਂ, ਜਰਾ ਧਿਆਨ ਨਾਲ ਦੇਖੋ, ਉਸ ਨੂੰ ਪਰਸੈਪਟ ਕਰੋ ਆਪਣੇ ਮਾਈਂਡ ਦੇ ਵਿੱਚ ਵੀ, ਦੇਖੋ ਵੀ ਕਿਹੜਾ ਕਿਹੜਾ ਹੈ। ਠੀਕ ਹੈ, ਇੱਕ ਦਾ ਨਾਮ ਰੱਖਿਆ ਹੈ BEF, ਦੂਸਰੇ ਦਾ ਨਾਮ ਰੱਖਿਆ ਹੈ BDF। ਠੀਕ ਹੈ, ਹੁਣ ਬੜੀ ਇੰਟਰਸਟਿੰਗ ਗੱਲ ਮੈਡਮ ਮੈਂ ਪਹਿਲਾਂ ਹੀ ਦੱਸ ਦਿੰਦੀ ਹਾਂ, ਬੱਚੇ ਵੀ ਸੋਚ ਰਹੇ ਹੁਣ ਕਿ ਇਹ ਦੋ ਤ੍ਰਿਭੁਜਾਂ ਬਣ ਗਈਆਂ ਹਨ। ਜਰਾ ਹੁਣ ਧਿਆਨ ਨਾਲ ਦੇਖੋ ਕਿ ਇਹਨਾਂ ਦੋਵਾਂ ਤ੍ਰਿਭੁਜਾਂ ਦੇ ਵਿੱਚ ਕੋਈ ਚੀਜ਼ ਬਰਾਬਰ ਹੈ, ਕੋਈ ਭੁਜਾ ਆਪਸ ਬਰਾਬਰ ਹੈ, ਕੋਈ ਜਿਹੜੇ ਕੋਣ ਬਰਾਬਰ ਹਨ। ਜਰਾ ਸੋਚੋ, ਫਟਾਫਟ ਸੋਚ ਕੇ ਦੱਸਣਾ ਹੈ ਵੀ ਕੋਈ ਐਸੀ ਚੀਜ਼ ਹੈ ਜਿਹੜੀ ਬਰਾਬਰ ਹੈ। ਪਹਿਲੀ ਗੱਲ ਤਾਂ ਮੈਨੂੰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਬੱਚੇ ਅਕਸਰ ਮੈਡਮ ਕੀ ਦੱਸਦੇ ਹਨ, ਜਿਹੜੀ ਸਾਂਝੀ ਹੁੰਦੀ ਹੈ। ਸਾਂਝੀ ਤਾਂ ਹਮੇਸ਼ਾ ਬਰਾਬਰ ਹੈ, ਤੁਹਾਡੇ ਕੋਲ ਵੀ ਹੈ, ਮੇਰੇ ਕੋਲ ਹੀ ਹੈ, ਬਰਾਬਰ ਹੈ। ਤਾਂ BF ਜਿਹੜੀ ਹੈ, ਜਿਹੜੀ ਭੁਜਾ ਦੋਵਾਂ ਤ੍ਰਿਭੁਜਾਂ ਦਾ ਨਾਂ ਇੱਕ ਵਾਰੀ ਫੇਰ ਵੇਖ ਲਈਏ। ਜਦੋਂ ਆਪਾਂ ਦੇਖਦੇ ਹਾਂ ਨਾਲ ਤ੍ਰਿਭੁਜ ਵੱਲ ਦੇਖਦੇ ਰਹੀਦਾ ਕਿ BF, ਦੂਜੀ ਕਿਹੜੀ ਹੈ BDF, ਨਾਲ ਦੇਖੀਦਾ, ਨਾਲ ਲਿਖੀਦਾ। ਤਾਂ ਸਾਡੇ ਕੋਲ ਲੱਗ ਰਿਹਾ ਹੈ ਕਿ ਲੱਗ ਨਹੀਂ ਕਿ ਹੈ ਹੀ ਹੈ ਸਾਡੇ ਕੋਲ ਕਿ ਇੱਕ ਐਸੀ ਭੁਜਾ ਹੈ ਜਿਹੜੀ ਸਾਂਝੀ ਹੈ, ਦਾ ਮਤਲਬ ਬਰਾਬਰ ਹੀ ਹੈ। ਠੀਕ ਹੈ, BF ਬਰਾਬਰ BF। ਠੀਕ ਹੈ, ਹੁਣ ਹੋਰ ਸੋਚੋ, ਹੋਰ ਕਿਹੜੀ ਹੈ ਜਿਹੜੀ ਤੁਸੀਂ ਆਪ ਹੀ ਬਣਾਈ ਹੈ, ਆਪ ਹੀ ਤੁਸੀਂ ਬਣਾਈ ਹੈ, ਬਰਾਬਰ ਆਪਣੀ ਪ੍ਰਕਾਰ ਖੋਲ ਕੇ ਬਣਾਈ ਹੈ। ਠੀਕ ਹੈ, ਔਰ ਜੁਆਇਨ ਕਰਕੇ ਬਣਾਈ ਹੈ। ਦੇਖੋ ਹਾਂਜੀ ਬੱਚਿਓ, ਹਾਂ ਦੇਖੋ, ਤਾਂ ਜਦੋਂ ਵੀ ਆਪਾਂ ਪ੍ਰਕਾਰ, ਐਕਚੁਅਲੀ ਮੈਮ ਬੱਚਿਆਂ ਨੂੰ ਥੋੜਾ ਮੈਂ ਵੀ ਇੱਥੇ ਦੱਸਣਾ ਚਾਹੂੰਗੀ ਕਿ ਕਈ ਵਾਰ ਬੱਚਿਆਂ ਨੂੰ ਲੱਗਦਾ ਹੈ ਕਿ ਅਸੀਂ ਪ੍ਰਕਾਰ, ਐਕਚੁਅਲੀ ਜਿਹੜੀ ਚਾਪ ਲੱਗਦੀ ਹੈ ਬੱਚਿਓ ਸਰਕਲ ਹੀ ਹੁੰਦਾ, ਜਿਵੇਂ ਆਪਾਂ ਸਰਕਲ ਦਾ ਇੱਕ ਹਿੱਸਾ ਚਾਪ ਹੁੰਦੀ ਹੈ, ਪਰ ਬੱਚਿਆਂ ਦੇ ਮਾਈਂਡ 'ਚ ਕਈ ਵਾਰ ਉਹ ਸਰਕਲ ਨਾਲ ਨਹੀਂ ਸੋਚ ਪਾਉਂਦੇ। ਤਾਂ ਜਦੋਂ BE ਬਰਾਬਰ BD ਕਿਉਂ ਬੱਚਿਓ, ਕਿਉਂਕਿ ਆਪਾਂ ਇੱਕੋ ਹੀ ਚਾਪ ਲਗਾਈ ਸੀ ਤੇ ਉਹਦੇ ਕੀ ਹਨ, ਅਰਧ ਵਿਆਸ। ਇਸ ਕਰਕੇ ਜਿਹੜਾ BE ਤੇ BD ਇਹ ਦੋਨੋਂ ਕੀ ਹੋਣਗੇ, ਆਪਸ 'ਚ ਬਰਾਬਰ ਹੋਣਗੇ। ਚੱਕਰ ਵਾਲੀ ਜਿਹੜੀ ਗੱਲ ਮੈਡਮ ਨੇ ਦੱਸੀ ਹੈ, ਉਹਦਾ ਇਸ ਕਰਕੇ ਤੁਹਾਨੂੰ ਦੱਸੀ ਹੈ ਕਿ ਜਿਹੜਾ ਚੱਕਰ ਜੋ ਅਸੀਂ ਖਿੱਚਦੇ ਹਾਂ, ਜਿਸ ਤੇ ਅਸੀਂ ਨੋਕ ਰੱਖਦੇ ਹਾਂ ਆਪਣੀ ਪ੍ਰਕਾਰ ਦੀ, ਉਹ ਜਿਹੜਾ ਕੇਂਦਰ ਹੁੰਦਾ, ਜਿੰਨੀ ਅਸੀਂ ਪ੍ਰਕਾਰ ਖੋਲਦੇ ਉਹਦਾ ਅਰਧ ਵਿਆਸ ਹੁੰਦਾ। ਜਦੋਂ ਅਸੀਂ ਚੱਕਰ ਲਾਉਂਦੇ ਹਾਂ ਤਾਂ ਸਾਰੇ ਪਾਸੇ ਜਿਹੜਾ ਅਰਧ ਵਿਆਸ ਦੀ ਲੰਬਾਈ ਹੁੰਦੀ ਹੈ ਉਹ ਬਰਾਬਰ ਹੀ ਹੁੰਦੀ ਹੈ। ਇਹਦਾ ਮਤਲਬ ਅਰਧ ਵਿਆਸ ਇੱਕ ਰੇਖਾ ਖੰਡ ਦੀ ਤਰ੍ਹਾਂ ਚੱਲ ਰਿਹਾ ਹੁੰਦਾ, ਉਹਦਾ ਹਰ ਥਾਂ ਤੇ ਜਿਹੜੀ ਲੰਬਾਈ ਹੈ ਉਹ ਬਰਾਬਰ ਹੁੰਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਚਾਪ ਖਿੱਚੀ ਬਿਨਾਂ ਹਿਲਾਏ ਪ੍ਰਕਾਰ ਦੀ, ਠੀਕ ਹੈ, ਤਾਂ ਉਸਨੇ ਜਿਹੜਾ ਵੀ ਰੇਖਾ ਖੰਡ ਬਣਾਇਆ ਤਾਂ ਉਸ ਦੀ ਆਪਸ ਵਿੱਚ ਲੰਬਾਈ ਬਰਾਬਰ ਹੋਏਗੀ। ਜੇ ਤੁਸੀਂ ਪ੍ਰਕਾਰ ਨਹੀਂ ਹਿਲਾਈ ਬਣਾਉਣ ਲੱਗਿਆ, ਇਹ ਧਿਆਨ ਰੱਖਣਾ, ਹਿਲਾਈ ਸੀ ਤੁਸੀਂ, ਨਹੀਂ ਹਿਲਾਈ ਸੀ, ਵੈਰੀ ਗੁੱਡ। ਤਾਂ ਇਸ ਕਰਕੇ ਇਸ ਤਰ੍ਹਾਂ ਜਿਹੜੇ ਬਣੇ ਹਨ ਤੁਹਾਡੇ ਰੇਖਾ ਖੰਡ BE ਜੋ BD, ਇਹ ਤੁਹਾਡੀਆਂ ਦੋ ਤ੍ਰਿਭੁਜਾਂ ਦੀਆਂ ਦੋ ਸਾਈਡਾਂ ਹਨ ਤੇ ਇਹ ਵੀ ਬਰਾਬਰ ਹੋਣਗੇ। ਇਹਦਾ ਮਤਲਬ ਹੁਣ ਤੀਸਰੇ ਬਾਰੇ ਤਾਂ ਆਪਾਂ ਦੱਸਣ ਦੀ ਲੋੜ ਹੀ ਨਹੀਂ ਹੈ। ਤੀਸਰਾ ਆਪਣੇ ਕੋਲ ਬੱਚਿਓ EF ਤੇ DF, ਇਹ ਕਿਉਂ ਬਰਾਬਰ ਹਨ, ਕਿਉਂਕਿ ਆਪਾਂ ਫੇਰ ਇੱਥੇ ਇੱਕੋ ਹੀ ਅਰਧ ਵਿਆਸ ਦੀ ਜਿਹੜੀ ਚਾਪ ਹੈ, ਉਨਾ ਹੀ ਅਰਧ ਵਿਆਸ ਖੋਲ ਕੇ E ਤੋਂ ਰੱਖ ਕੇ ਚਾਪ ਲਗਾਈ ਸੀ, ਉਨੇ ਹੀ ਅਰਧ ਵਿਆਸ ਨਾਲ ਅਸੀਂ D ਤੋਂ ਰੱਖ ਕੇ ਚਾਪ ਲਗਾਈ ਸੀ। ਤਾਂ ਨੈਚੁਰਲੀ ਬੱਚਿਓ EF ਤੇ ਜਿਹੜਾ DF ਇਹ ਵੀ ਕੀ ਹੋਣਗੇ, ਬਰਾਬਰ ਹੋਣਗੇ। ਇਸ ਤਰ੍ਹਾਂ ਸਾਡੇ ਕੋਲ ਜਿਹੜੀਆਂ ਦੋ ਤ੍ਰਿਭੁਜਾਂ ਜਿਨ੍ਹਾਂ ਦਾ ਨਾਮ ਆਪਾਂ ਦੁਬਾਰਾ ਦੇਖੋ, ਤ੍ਰਿਭੁਜ ਦਾ ਨਾਮ ਹਮੇਸ਼ਾ ਬਾਰ-ਬਾਰ ਦੇਖਣਾ ਕਿ ਤ੍ਰਿਭੁਜ BF ਔਰ BDF। ਆਪਣੇ ਨਾਲ ਦੇ ਬੱਚੇ ਨੂੰ ਵੀ ਸਮਝਾਉਣਾ ਹੈ ਬਾਰ-ਬਾਰ ਵੀ ਇਹ ਤ੍ਰਿਭੁਜ B ਤੇ ਲਾਓ BEF BDF, ਇਹਨਾਂ ਨੂੰ ਤੁਸੀਂ ਬਾਰ-ਬਾਰ ਦੇਖੋ ਵੀ ਇਹਨਾਂ ਦੀਆਂ ਇੱਕ ਦੀਆਂ ਤਿੰਨ ਭੁਜਾਵਾਂ ਦੂਸਰੀ ਦੀਆਂ ਤਿੰਨ ਭੁਜਾਵਾਂ ਦੇ ਬਰਾਬਰ ਆ ਗਈਆਂ। ਇਸ ਤਰ੍ਹਾਂ ਦਾ ਕੋਈ ਰੂਲ ਵੀ ਹੁੰਦਾ ਹੈ ਨਾ ਸਰਬੰਗ ਸਮਤਾ ਦਾ, ਕਿ ਜਦੋਂ ਕਿਸੇ ਇੱਕ ਭੁਜਾ ਦੀਆਂ, ਇੱਕ ਤ੍ਰਿਭੁਜ ਦੀਆਂ ਅਨਸਾਰੀ ਭੁਜਾਵਾਂ ਦੂਸਰੀ ਤ੍ਰਿਭੁਜ ਦੇ ਅਨਸਾਰੀ ਭੁਜਾਵਾਂ ਦੇ ਬਰਾਬਰ ਹੋਣ, ਤਾਂ ਮੈਂ ਇੱਕ ਵਰਡ ਇੱਥੇ ਅਨਸਾਰੀ ਵੀ ਬੋਲ ਰਹੀ ਹਾਂ ਨਾ, ਕੁਛ ਐ ਨਹੀਂ ਹੈ ਕਿ ਜਿਹੜੀ ਮਰਜ਼ੀ ਤਿੰਨ ਭੁਜਾਵਾਂ ਤੀਜ ਦੇ ਬਰਾਬਰ ਹੋ ਜਾਣ, ਇਸ ਤਰ੍ਹਾਂ ਨਹੀਂ। ਠੀਕ ਹੈ, ਤਾਂ ਉਹ ਜਿਹਾ ਰੂਲ ਜਿਹੜਾ ਤੁਸੀਂ ਪੜ੍ਹ ਕੇ ਆਏ ਹੋ, ਸਰਬ ਸੰਗਤਾ ਦਾ ਰੂਲ ਹੈ, ਇਸ ਮੁਤਾਬਕ ਇਹ ਦੋਵੇਂ ਤ੍ਰਿਭੁਜਾਂ ਕੀ ਹੋਈਆਂ, ਸਰਬੰਗ ਸਮ। ਠੀਕ ਹੈ, ਉਹਦਾ ਨਿਸ਼ਾਨ ਵੀ ਲਗਾਇਆ ਹੋਇਆ ਹੈ ਤੇ ਰੂਲ ਵੀ ਦਿਖਾ ਦਿੱਤਾ ਤੁਹਾਨੂੰ।
ਜਦੋਂ ਕੋਈ ਦੋ ਤ੍ਰਿਭੁਜਾਂ ਜਾਂ ਵੈਸੇ ਵੀ ਕੋਈ ਵੀ ਆਕ੍ਰਿਤੀ ਸਰਬੰਗ ਸਮ ਹੋ ਜਾਂਦੀ ਹੈ ਤਾਂ ਉਸ ਦੇ ਲਗਭਗ ਸਾਰੇ ਹਿੱਸੇ ਜਿਹੜੇ ਹੁੰਦੇ ਹਨ ਉਹ ਬਰਾਬਰ ਹੈ। ਇਹਦੇ ਵਿੱਚ ਇੱਕ ਵਰਡ ਲਿਖਿਆ ਹੋਇਆ CPCT, ਠੀਕ ਹੈ। ਤਾਂ ਇਹਦਾ ਮਤਲਬ ਹੈ ਕਿ ਉਹਨਾਂ ਦੇ ਕੋਣ ਅਨੁਸਾਰੀ ਕੋਣ, ਉਹਨਾਂ ਦੇ ਬੱਚਿਓ ਆਪਾਂ CPCT ਦੀ ਫੁੱਲ ਫਾਰਮ ਤੁਹਾਨੂੰ ਆਣੀ ਚਾਹੀਦੀ ਹੈ, ਕੋਰਸਪੋਂਡਿੰਗ ਪਾਰਟਸ ਆਫ ਕੰਗਰੂਐਂਟ ਟ੍ਰਾਇੰਗਲਸ। ਇਹ ਚਾਹੇ ਤੁਸੀਂ ਪੰਜਾਬੀ ਮੀਡੀਅਮ ਚ ਪੜ੍ਹ ਰਹੇ ਹੋ, ਇਹੋ ਜਿਹੀਆਂ ਚੀਜ਼ਾਂ ਬੱਚਿਓ ਜੇ ਤੁਸੀਂ ਸਿੱਖ ਜਾਓਗੇ ਨਾ ਫਿਰ ਤੁਹਾਨੂੰ ਅੱਗੇ ਮੈਥ ਪੜ੍ਹਨਾ ਹੈ ਜਿਹੜਾ ਬੜਾ ਇਹ ਬੱਚਿਆਂ ਨੂੰ ਆਸਾਨ ਹੋ ਜਾਂਦਾ ਹੈ। ਔਰ ਇੰਨੀ ਵੱਡੀ ਲਾਈਨ ਲਿਖਣ ਨਾਲੋਂ ਕਿ ਅਨੁਸਾਰੀ ਸਰਵੰਗ ਸਮ ਤ੍ਰਿਭੁਜਾਂ ਦੇ ਅਨੁਸਾਰੀ ਭਾਗ ਬਰਾਬਰ ਹੁੰਦੇ ਹਨ, ਉਹਦੇ ਨਾਲੋਂ ਇਹ 4 ਵਰਡ CPCT ਤੁਸੀਂ ਲਿਖ ਦਿੰਦੇ ਹੋ ਤਾਂ ਤੁਹਾਨੂੰ ਜਿਹੜੇ ਹੈ ਅਕਸਰ ਤੁਸੀਂ ਗਣਿਤ ਵਿੱਚ ਇਸ ਲਈ ਲਿਖਣ ਲਈ 3 ਲਿਖਦੇ ਹੋ ਕਿਉਂਕਿ ਲਈ 3 ਡਾਟ ਲਾਉਂਦੇ ਹੋ ਨਾ, ਥੋੜਾ ਆਸਾਨ ਤਰੀਕੇ ਨਾਲ ਅਸੀਂ ਜਿਹੜੇ ਸੰਕੇਤਾਂ ਦੀ ਭਾਸ਼ਾ ਬੋਲਦੇ ਆ। ਆਪਾਂ ਇਹਦੇ ਅੱਗੇ ਇਸ ਤੋਂ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਕੋਣ EBF ਜਰਾ ਨਿਸ਼ਾਨੀ ਲਗਾਓ, ਕਿਹੜਾ ਕੋਣ ਹੈ EBF ਤੇ ਦੂਸਰਾ ਕੋਣ ਕਿਹੜਾ ਸੀ DBF, ਠੀਕ ਹੈ। ਜਿਹੜਾ ਅਸੀਂ ਉਹਨਾਂ ਦਾ ਸਮਦਭਾਜਕ ਕੀਤਾ ਸੀ ਉਹ ਸਾਡੇ ਕੋਲ ਬਰਾਬਰ ਆ ਗਏ, ਠੀਕ ਹੈ। ਤਾਂ ਇੱਕ ਛੋਟੀ ਜਿਹੀ ਥਿਓਰਮ ਬਣ ਗਈ, ਤੁਸੀਂ ਸਿੱਧ ਕਰਤਾ ਵੀ ਹੁਣ ਤੁਹਾਡੇ ਕੋਲ ਜਿਹੜਾ ਮਰਜ਼ੀ ਕੋਣ ਹੋਏਗਾ ਜੇਕਰ ਤੁਸੀਂ ਉਹਦਾ ਸਮਦਭਾਜਕ ਖਿੱਚਿਆ ਤੇ ਉਸਨੇ ਤੁਹਾਡੇ ਦਿੱਤੇ ਹੋਏ ਕੋਣ ਦੇ ਬਰਾਬਰ 2 ਹਿੱਸੇ ਕਰਨੇ ਹੀ ਕਰਨੇ ਆ। ਨਾਓ ਯੂ ਹੈਵ ਪ੍ਰੂਵਡ, ਠੀਕ ਹੈ। ਤਾਂ ਇਸ ਤਰ੍ਹਾਂ ਹੀ ਆਪਾਂ ਜਿਹੜੀ ਇਹ ਰਚਨਾ ਜਿਹੜੀ ਆ ਕਰਕੇ ਅਸੀਂ ਚੀਜ਼ਾਂ ਨੂੰ ਬਣਾ ਸਕਦੇ ਹਾਂ। ਇੱਥੇ ਬੱਚਿਓ ਇੱਕ ਗੱਲ ਮੈਮ ਮੈਂ ਹੋਰ ਵੀ ਕਲੀਅਰ ਕਰਨਾ ਚਾਹੂੰਗੀ, 9th ਕਲਾਸ ਚ ਬੱਚਿਓ ਤੁਹਾਨੂੰ ਕਈ ਵਾਰੀ ਪੇਪਰ ਚ ਵੀ ਕੁਐਸਚਨ ਆਉਂਦਾ ਹੈ ਵੀ 60 ਡਿਗਰੀ ਦਾ ਕੋਣ ਬਣਾਓ ਤੇ ਸਿੱਧ ਕਰੋ। ਬੱਚੇ ਅਕਸਰ ਕੀ ਕਰਦੇ ਆ ਮੈਮ ਕੋਣ ਬਣਾ ਕੇ ਛੱਡ ਦਿੰਦੇ ਆ, ਤੇ ਇਹ ਜਿਹੜਾ ਸਿੱਧ ਕਰਨਾ ਬੱਚੋ ਇਹ ਬਸ ਇੰਨਾ ਹੀ ਕਰਨਾ ਤੁਸੀਂ, ਜਿਹੜੀ ਤੁਹਾਨੂੰ ਅਸੀਂ ਪਹਿਲਾਂ ਪਿਛਲੀ ਸਲਾਈਡ ਤੇ ਦਿਖਾਇਆ ਸੀ ਤੁਸੀਂ ਉੱਥੇ ਹੀ ਦਿਖਾਣਾ ਵੀ ਇਹ ਜਿਹੜਾ ਤ੍ਰਿਭੁਜ ਇਹਦੀਆਂ ਤਿੰਨੋਂ ਭੁਜਾਵਾਂ ਬਰਾਬਰ ਨੇ, ਇਸ ਕਰਕੇ ਔਰ ਉਸੇ ਤਰ੍ਹਾਂ ਸੰਪ ਦੋ ਭੁਜੀ ਸਿੱਧ ਕਰਨਾ ਇੱਕ ਬੜਾ ਆਨੰਦਿਤ ਚੀਜ਼ ਹੈ, ਬੜੀ ਮਜ਼ੇ ਦੇ ਨਾਲ ਅਸੀਂ ਦੇਖਦੇ ਹਾਂ ਵੀ ਸਿੱਧ ਕਰਨਾ ਹੈ। ਅਸੀਂ ਆਹ ਵਾਲਾ 60 ਡਿਗਰੀ ਦਾ ਕੋਣ, ਅਸੀਂ ਦੇਖੋ ਕਿਆ ਲੌਜਿਕ ਲਿਆ ਕਿ ਅਸੀਂ ਇੱਕ ਤ੍ਰਿਭੁਜ ਹੈ, ਅਗਰ ਉਹ ਸੰਭੁਜੀ ਹੈ ਤਾਂ ਉਹਦੇ ਸਾਰੇ ਕੋਣ ਬਰਾਬਰ ਹੋਣਗੇ ਤੇ ਹਰ ਕੋਣ 60 ਦਾ ਹੋਏਗਾ ਤੇ ਜਿਹੜਾ ਤੁਹਾਡਾ ਕੋਣ ਬਣਾਇਆ ਹੈ ਉਹ ਵਾਕਈ 60 ਦਾ ਨਿਕਲਿਆ ਹੈ, ਠੀਕ ਹੈ। ਤਾਂ ਇਹ ਸਾਡਾ ਸਾਰਾ ਲੈਸਨ ਜਿਹੜਾ ਰਚਨਾਵਾਂ ਦਾ ਬੜਾ ਇੰਟਰਸਟਿੰਗ ਲੈਸਨ ਹੈ ਤੇ ਇਹਦੋਂ ਤਾਂ ਇਸ ਗਣਿਤ ਦਾ ਇੱਕ ਉਹ ਪੋਰਸ਼ਨ ਹੈ ਜਿਹੜਾ ਤੁਹਾਡਾ ਪ੍ਰੈਕਟੀਕਲ ਲਾਈਫ ਦੇ ਵਿੱਚ ਬਣਾਉਣ ਦੇ ਬਹੁਤ ਕੰਮ ਆਉਂਦਾ। ਅਗਰ ਤੁਸੀਂ ਇੰਜੀਨੀਅਰ ਬਣਦੇ ਹੋ ਜਾਂ ਡਰਾਫਟਮੈਨ ਬਣਦੇ ਹੋ ਜਾਂ ਤੁਸੀਂ ਕੋਈ ਕਲਾਕਾਰ ਬਣਦੇ ਹੋ, ਆਰਟਿਸਟ ਬਣਦੇ ਹੋ, ਤੇ ਤੁਹਾਨੂੰ ਜਿਓਮੈਟਰੀ ਦਾ ਬੜਾ ਬਿਗ ਰੋਲ ਰਹੇਗਾ। ਸ਼ੁੱਧਤਾ, ਕਰੈਕਟਨੈਸ, ਐਗਜ਼ੈਕਟਨੈਸ ਜਿਹੜੀ ਵੀ ਆਉਂਦੀ ਹੈ, ਜਿੰਨੇ ਵੀ ਚੀਜ਼ਾਂ ਡਿਜ਼ਾਈਨ ਹੁੰਦੀਆਂ, ਚਾਹੇ ਤੁਸੀਂ ਕਾਰ ਫੈਕਟਰੀ 'ਚ ਲੱਗ ਜਾਂਦੇ ਹੋ, ਕੋਈ ਭਾਂਡਿਆਂ ਵਾਲੀ ਫੈਕਟਰੀ ਲੱਗਦੇ ਹੋ, ਕੋਈ ਫਰਨੀਚਰ ਦੇ 'ਚ ਲੱਗਦੇ ਹੋ, ਕੋਈ ਵੀ ਚੀਜ਼ ਲਈ ਉਹਦੀ ਸਭ ਤੋਂ ਪਹਿਲਾਂ ਉਸ ਦੀ ਰਚਨਾ ਜਿਹੜੀ ਹੈ ਇਸ ਤਰ੍ਹਾਂ ਜਿਓਮੈਟਰੀ ਦੀ ਹੈਲਪ ਦੇ ਨਾਲ ਬਣਾਈ ਜਾਂਦੀ ਹੈ, ਐਕੂਰੇਟ, ਠੀਕ ਹੈ। ਤਾਂ ਹੁਣ ਮੈਮ ਤੁਹਾਡੇ ਨਾਲ ਇੱਕ ਹੋਰ ਰਚਨਾ ਸਾਂਝੀ ਕਰਨ ਲੱਗੇ ਹਨ ਜਿਹੜੀ ਕਿ ਤੁਹਾਡੀ ਕਿਤਾਬ ਦੇ ਵਿੱਚ ਹੀ ਹੈ ਔਰ ਬੜਾ ਇੰਪੋਰਟੈਂਟ ਜਿਹਾ ਸਵਾਲ ਹੈ। ਬੱਚਿਓ ਇੱਕ ਰਚਨਾ ਅਕਸਰ ਮੈਮ ਬੱਚਿਆਂ ਨੂੰ ਪੇਪਰ ਚ ਆਉਂਦੀ ਹੈ ਕਿ ਤ੍ਰਿਭੁਜ ਦੀ ਰਚਨਾ ਕਰਨਾ ਜਦੋਂ ਇਸ ਦਾ ਆਧਾਰ ਦਾ ਇੱਕ ਕੋਣ ਅਤੇ ਬਾਕੀ 2 ਭੁਜਾਵਾਂ ਦਾ ਬੱਚੋ ਜੋੜ ਦਿੱਤਾ ਹੋਵੇ। ਇਸ ਤੋਂ ਪਹਿਲਾਂ ਤੁਸੀਂ ਸਿੱਖੀ ਹੈ ਰਚਨਾ ਤੁਹਾਨੂੰ ਆਉਂਦੀਆਂ ਨੇ ਇਹਨਾਂ ਨੂੰ। ਜਦੋਂ ਤੁਹਾਡਾ ਸਵਾਲ ਸੁਣ ਕੇ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਵੀ ਕਈ ਵਾਰ ਕਈ ਚੀਜ਼ਾਂ ਕਿਤਾਬ ਵਿੱਚ ਵੀ ਕਈ ਵਾਰ ਲਿਖ ਦਿੰਦੇ ਹਨ ਕਿ ਅਸੀਂ ਅਗਰ ਕੋਈ ਤ੍ਰਿਭੁਜ ਦੀ ਰਚਨਾ ਕਰਨੀ ਹੈ ਤੇ ਸਾਨੂੰ ਘੱਟੋ ਘੱਟ 3 ਕੁਆਂਟੀ ਜਾਂ 3 ਮੇਜਰ ਜ਼ਰੂਰ ਦਿੱਤੇ ਹੋਣੇ ਚਾਹੀਦੇ। ਠੀਕ ਹੈ, ਗੱਲ ਵੀ ਠੀਕ ਲੱਗਦੀ ਹੈ, ਲੌਜੀਕਲੀ ਵੀ ਲੱਗਦੀ ਹੈ, ਪਰ ਅਕਸਰ ਜੇ ਤੁਸੀਂ ਇਹ ਸੋਚੋ ਵੀ ਸਾਡੇ ਕੋਲ 4 ਹੀ ਰੂਲ ਹਨ ਸਰਵੰਗ ਸਮਤਾ ਦੇ, ਵੀ 3 ਭੁਜਾਵਾਂ ਹੀ ਦਿੱਤੀਆਂ ਹੋਣ ਜਾਂ 2 ਭੁਜਾਵਾਂ ਦੇ ਵਿਚਕਾਰਲਾ ਐਂਗਲ ਦਿੱਤਾ ਹੋਵੇ ਜਾਂ 2 ਇਕੁਅਲ ਐਂਗਲਾਂ ਦੇ ਬਰਾਬਰ ਦਿੱਤਾ ਹੋਵੇ ਜਾਂ ਅਸੀਂ RHS ਕਰਨਾ ਹੈ ਜਾਂ ਸਮਕੋਣ, ਤੇ ਸਾਨੂੰ ਇਹ ਕੋਈ ਜ਼ਰੂਰੀ ਗੱਲ ਨਹੀਂ ਹੈ। 3 ਦਾ ਹੋਣਾ ਤੇ ਲਾਜ਼ਮੀ ਹੈ, ਪਰ ਉਹ ਕੋਈ ਹੋਰ ਵੀ ਤਰੀਕੇ ਨਾਲ, ਜਿਵੇਂ ਕਿ ਮੈਡਮ ਨੇ ਇੱਥੇ ਤ੍ਰਿਭੁਜ ਦੀ ਰਚਨਾ ਕਰਨ ਵਾਲਾ ਕੁਐਸਚਨ ਲਿਖਿਆ ਹੈ ਕਿ ਜਦੋਂ ਇਸ ਦਾ ਆਧਾਰ ਤੇ ਆਧਾਰ ਦਾ ਇੱਕ ਕੋਣ ਤੇ ਬਾਕੀ 2 ਭੁਜਾਵਾਂ ਦਾ ਜੋੜ ਹੈ, ਕੋਈ ਐਸਾ ਨਹੀਂ ਦਿੱਤਾ ਹੋਇਆ ਕਿ ਸਾਨੂੰ ਤ੍ਰਿਭੁਜ ਦਾ ਇੱਕ ਹੋਰ ਕੋਣ ਦੇ ਦਿੱਤਾ ਹੈ, ਠੀਕ ਹੈ। ਤਾਂ ਕਈ ਵਾਰ ਸਾਨੂੰ ਇਹੋ ਜਿਹੀਆਂ ਸ਼ਰਤਾਂ ਵੀ ਦਿੱਤੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਦੇਖ ਕੇ ਆਪਣੀ ਤ੍ਰਿਭੁਜ ਦੀ ਰਚਨਾ ਕਰਨੀ ਹੈ, ਠੀਕ ਹੈ। ਦੂਸਰੀ ਗੱਲ ਇਹ ਹੈਗੀ ਹੈ ਕਿ ਜਿਹੜਾ ਤੁਹਾਡਾ ਕਈ ਵਾਰ ਉਹਨਾਂ ਨੇ ਲਿਖਿਆ ਹੁੰਦਾ ਹੈ ਕਿ ਸਮਭੁਜੀ ਤ੍ਰਿਭੁਜ ਦੀ ਰਚਨਾ ਕਰੋ ਜਿਸ ਦੀ ਇੱਕ ਭੁਜਾ ਇਹ ਹੋਵੇ, ਤਾਂ ਇਹ ਨਹੀਂ ਸੋਚ ਲੈਣਾ ਕਿ ਸਾਨੂੰ ਤਾਂ ਇੱਕ ਹੀ ਭੁਜਾ ਦਿੱਤੀ ਹੋਈ ਹੈ। ਤੁਸੀਂ ਤਾਂ ਖੁਦ ਅਗਰ ਜਿਓਮੈਟਰੀ ਮੈਥਮੈਟਿਕਸ ਪੜ੍ਹਨ ਦਾ ਇਹੀ ਰੋਲ ਹੈ ਕਿ ਅਸੀਂ ਫਟਾਫਟ ਆਪਣਾ ਦਿਮਾਗ ਚਲਾਉਂਦੇ ਹਾਂ ਵੀ ਜੇ ਸਮਭੁਜੀ ਹੈ ਤੇ ਇੱਕ ਦੀ ਲੋੜ ਹੈ, ਸਾਡੇ ਕੋਲ ਤਾਂ 2 ਆਪਣੇ ਆਪ ਹੀ ਆ ਗਈ ਹੈ। ਜੇ ਸਮ 2 ਭੁਜੀ ਹੈ ਤਾਂ ਸਾਨੂੰ ਇੱਕ ਦੇਤੀ ਹੈ, ਤਾਂ ਮਤਲਬ ਇੱਕ ਤਾਂ ਆਪਣੇ ਆਪ ਹੀ ਆ ਗਈ ਹੈ, ਠੀਕ ਹੈ। ਇਸੇ ਤਰ੍ਹਾਂ ਕੋਣਾਂ ਦੀ ਵੀ ਗੱਲ ਹੋ ਸਕਦੀ ਹੈ। ਤਾਂ ਮੇਰਾ ਮਤਲਬ ਹੈ ਵੈਨੇਵਰ ਤੁਹਾਨੂੰ ਕੋਈ ਵੀ ਕੁਐਸਚਨ ਆਉਂਦਾ ਹੈ, ਰਚਨਾ ਦਾ ਆਉਂਦਾ ਹੈ ਜਾਂ ਤੁਹਾਡਾ ਗਣਿਤ ਵੀ ਆਉਂਦਾ ਹੈ, ਤੁਸੀਂ ਪਹਿਲਾਂ ਉਸ ਰਕਮ ਨੂੰ ਧਿਆਨ ਨਾਲ ਪੜ੍ਹੋ, ਠੀਕ ਹੈ।
ਧਿਆਨ ਨਾਲ ਪੜੋ ਕਿ ਸਾਨੂੰ ਦਿੱਤਾ ਕੀ ਹੋਇਆ ਹੈ। ਹਾਂਜੀ ਠੀਕ ਹੈ, ਕਿਆ ਇੱਕ ਲਾਈਨ ਦੇ ਵਿੱਚ ਹੀ ਸਾਨੂੰ 2-3 ਇਨਫੋਰਮੇਸ਼ਨਸ ਦੇਤੀਆਂ ਨੇ, ਉਸ ਨੂੰ ਲਿਖੋ। ਫਿਰ ਉਹਦਾ ਰਫ ਸਕੈਚ ਜ਼ਰੂਰ ਬਣਾਓ। ਰਫ ਸਕੈਚ ਹੀ ਮੈਮ ਮੈਂ ਬੱਚਿਆਂ ਨੂੰ ਦੱਸਣ ਇਹ ਜਾ ਰਹੀ ਤੁਸੀਂ ਸੀ। ਦੱਸੋ ਮੈਡਮ, ਇਹ ਬਹੁਤ ਜ਼ਰੂਰੀ ਗੱਲ ਹੈ। ਬੱਚਿਓ ਦੇਖੋ, ਕੰਸਟਰਕਟ ਟ੍ਰਾਇੰਗਲ, ਆਪਾਂ ਇੱਕ ਕੁਐਸਚਨ ਲਿਆ ਦਾ ਪਰਟੀਕੂਲਰ ਕੁਐਸਚਨ, ਕੰਸਟਰਕਟ ਟ੍ਰਾਇੰਗਲ ABC in which BC is equal to 7 centimeter, angle B is equal to 75 degree and AB plus AC is equal to 13 centimeter। ਮਤਲਬ ਬਾਕੀ ਦੋ ਭੁਜਾਵਾਂ ਦਾ ਬੱਚਿਓ ਜੋੜ ਦਿੱਤਾ ਹੈ। ਤੇ ਜਿਵੇਂ ਹੁਣ ਤੁਹਾਨੂੰ ਮੈਮ ਨੇ ਦੱਸਿਆ, ਸਭ ਤੋਂ ਪਹਿਲਾਂ ਬੱਚਿਓ ਇਹਦਾ ਤੁਸੀਂ ਰਫ ਡਾਇਗਰਾਮ ਜ਼ਰੂਰ ਬਣਾਉਣਾ ਹੈ। ਉਹਦੇ ਲਈ ਤੁਸੀਂ ਕੋਈ ਪ੍ਰਕਾਰ ਕੁਝ ਨਹੀਂ ਲੈਣੀ, ਸਿਰਫ ਤੁਹਾਡੇ ਹੱਥ 'ਚ ਪੈਨਸਿਲ ਚਾਹੀਦੀ ਹੈ। ਤਾਂ ਅਸੀਂ ਕੀ ਕੀਤਾ, ਸਭ ਤੋਂ ਪਹਿਲਾਂ ਤੁਹਾਨੂੰ BC ਦਿੱਤੀ ਹੋਈ ਹੈ, ਮੈਂ BC ਲੈ ਰਹੀ ਹਾਂ ਨੀਚੇ। BC ਕਿੰਨੀ ਲਈ ਅਸੀਂ BC 7 ਸੈਂਟੀਮੀਟਰ। ਫਿਰ ਅਸੀਂ B ਤੇ ਕਿੰਨੇ ਡਿਗਰੀ ਦਾ ਐਂਗਲ ਬਣਾਉਣਾ ਹੈ, 75 ਡਿਗਰੀ ਦਾ। ਹੁਣ ਤੁਸੀਂ 75 ਡਿਗਰੀ ਦਾ ਵੀ ਮੈਂ ਸਿਰਫ ਵੈਸੇ ਡਰਾ ਕਰ ਰਹੀ ਹਾਂ, ਰਫ ਸਕੈਚ ਹੈ। ਤੁਹਾਨੂੰ ਪਤਾ ਹੈ ਕਿ 60 ਤੋਂ ਥੋੜਾ ਜਿਹਾ ਉੱਪਰ ਹੋਏਗਾ ਔਰ 90 ਤੋਂ ਥੱਲੇ ਹੋਏਗਾ। ਠੀਕ ਹੈ, ਇਹ ਅਕਿਊਟ ਐਂਗਲ ਹੈਗਾ, ਤਾਂ ਤੁਸੀਂ ਆਈਡੀਆ ਲਗਾ ਸਕਦੇ ਹੋ ਕਿ 75 ਡਿਗਰੀ ਦਾ ਕੋਣ 90 ਤੋਂ ਥੱਲੇ ਦਾ ਹੋਏਗਾ। ਜ਼ਰੂਰੀ ਨਹੀਂ ਹੈ ਕਿ ਤੁਹਾਡਾ 70 ਬਣ ਗਿਆ ਹੈ, 80 ਬਣ ਗਿਆ। ਯੂ ਹੈਵ ਅ ਰਫ ਆਈਡੀਆ ਕਿ ਇਸ ਤਰ੍ਹਾਂ ਦਾ ਕੋਣ ਜਾਏਗਾ, ਇਸ ਤਰ੍ਹਾਂ ਦੀ ਭੁਜਾ ਜਾਏਗੀ। ਹਾਂਜੀ, ਤੇ ਬੱਚਿਓ ਬਾਕੀ ਦੀਆਂ ਜਿਹੜੀਆਂ ਦੋ ਭੁਜਾਵਾਂ ਦਾ ਜੋੜ ਤੋਂ ਦਿੱਤਾ ਹੋਇਆ AB ਜਮਾ AC 13 ਸੈਂਟੀਮੀਟਰ, ਉਹ ਤੁਸੀਂ ਇੱਥੇ B ਤੇ ਰੱਖ ਕੇ ਇੱਥੇ ਤੁਸੀਂ ਚਾਪ ਲਗਾ ਲੈਣੀ ਹੈ 13 ਸੈਂਟੀਮੀਟਰ। ਪਹਿਲਾਂ ਤੁਸੀਂ ਆਪਣੇ ਪ੍ਰਕਾਰ ਖੋਲੋਗੇ ਨਾ 13 ਸੈਂਟੀਮੀਟਰ। ਉਹ ਅਸੀਂ ਬੱਚਿਆਂ ਨੂੰ ਮੈਮ ਹੁਣੇ ਵੀਡੀਓ ਡਿਸਪਲੇ ਕਰਕੇ ਦਿਖਾਉਂਦੇ ਆ। ਫਿਰ ਅਸੀਂ ਇਹਨੂੰ ਕੋਈ ਵੀ ਹਜੇ ਪੁਆਇੰਟ ABC ਤਾਂ ਇਹ ਨਹੀਂ ਹੈ ਬੱਚਿਓ, ਤਾਂ ਅਸੀਂ ਇਹਨੂੰ ਕੋਈ ਹੋਰ ਪੁਆਇੰਟ ਮੰਨ ਲਓ, ਜਿਵੇਂ ਅਸੀਂ D ਲੈ ਲਿਆ। ਫਿਰ ਅਸੀਂ C ਨੂੰ ਬੱਚਿਓ D ਨਾਲ ਅਸੀਂ ਫੁੱਟੇ ਨਾਲ ਮਿਲਾ ਲੈਣੇ ਆ। ਹਜੇ ਮੈਂ ਬੱਚਿਓ ਹੱਥ ਨਾਲ ਸਕਰੀਨ ਤੇ ਨਹੀਂ ਇੰਨਾ ਠੀਕ ਬਣ ਰਿਹਾ, ਤੁਸੀਂ ਨਾਲ ਸਾਹਮਣੇ ਵੀ ਦੇਖ ਪਾ ਰਹੇ ਹੋ, ਉਹਦੇ ਨਾਲ ਵੀ ਬਣਾਈ ਹੋਈ ਹੈ। ਫਿਰ ਅਸੀਂ ਕੀ ਕਰਦੇ ਹਾਂ ਬੱਚਿਓ, CD ਦਾ ਤੁਸੀਂ ਇੱਥੇ ਦੇਖੋ, CD ਦਾ ਅਸੀਂ ਕੀ ਖਿੱਚਦੇ ਹਾਂ, ਭੁਜਾ ਜਿਹੜੀ CD ਬਣੀ ਹੈ, ਅਸੀਂ ਇਹਦਾ ਕੀ ਖਿੱਚਦੇ ਹਾਂ, ਲੰਬ ਸਮਦੁਭਾਜਕ। ਹੁਣੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿਵੇਂ ਖਿੱਚਣਾ ਹੈ। ਤੇ ਜਿਹੜਾ ਤਾਂ ਲੰਬ ਸਮਦੁਭਾਜਕ ਜਦੋਂ ਅਸੀਂ ਇੱਥੇ ਰੱਖ ਕੇ ਪ੍ਰਕਾਰ ਅਸੀਂ ਇਸ ਤਰ੍ਹਾਂ ਖਿੱਚਦੇ ਹਾਂ, ਤੁਹਾਨੂੰ ਯਾਦ ਹੋਊਗਾ ਤਾਂ ਮੱਛਲੀ ਦੀ ਤਰ੍ਹਾਂ ਦੀ ਸ਼ਕਲ ਬਣ ਜਾਂਦੀ ਹੈ ਨਾ। ਜਿੱਥੇ ਇਹ ਕੱਟਦਾ ਹੈ ਇਸ ਭੁਜਾ ਨੂੰ, ਜਿਹੜੀ ਆਪਾਂ BD ਹੈ ਉਹਨੂੰ ਅਸੀਂ ਇਹਦੇ ਨਾਲ ਮਿਲਾ ਲਾਂਗੇ ਬੱਚਿਓ, ਤਾਂ ਇਹ ਤੁਹਾਡੇ ਕੋਲ ਜਿਹੜਾ ਹੈ ਤ੍ਰਿਭੁਜ ਬਣ ਜਾਂਦੀ ਹੈ ABC। ਹੁਣੇ ਮੈਂ ਤੁਹਾਨੂੰ ਪ੍ਰੂਫ ਅਸੀਂ ਬੱਚਿਆਂ ਨੂੰ ਦੱਸਣਾ ਹੈ ਕਿ ਇਸ ਤਰ੍ਹਾਂ ਕਿਉਂ ਕੀਤਾ ਅਸੀਂ ਤੁਹਾਨੂੰ ਵੀਡੀਓ ਵੀ ਦਿਖਾਉਣ ਲੱਗੇ ਆ। ਤੇ ਤੁਸੀਂ ਆਪਣੀ ਜਿਓਮੈਟਰੀ ਬਾਕਸ ਦੇ ਨਾਲ ਨਾਲ ਆਪਣੀ ਜਿਓਮੈਟਰੀ ਦੇ ਜਿਹੜੀ ਹੈ ਪ੍ਰਕਾਰ ਦੇ ਵਿੱਚ ਪੈਨਸਿਲ ਲਗਾ ਲਈ ਹੋਏਗੀ, ਆਰਾਮ ਨਾਲ ਬਣਾਓ ਰਿਲੈਕਸ ਹੋ ਕੇ। ਠੀਕ ਹੈ, ਚਲੋ ਸ਼ੁਰੂ ਕਰੀਏ। ਦੇਖੋ ਬੱਚੋ, ਆਪਾਂ ਇਸ ਦੀ ਇੱਕ ਆਪਾਂ ਕੁਐਸਚਨ ਲੈਣੇ ਆ। ਇਹ ਬਿਲਕੁਲ ਉਸ ਤਰ੍ਹਾਂ ਦਾ ਹੀ ਕੁਐਸਚਨ ਹੈ, ਜਦੋਂ ਆਧਾਰ ਦਿੱਤਾ ਹੋਇਆ ਹੈ ਤੇ ਆਧਾਰ ਦਾ ਇੱਕ ਕੋਣ ਦਿੱਤਾ ਹੋਇਆ ਹੈ ਤੇ ਬਾਕੀ ਦੋ ਭੁਜਾਵਾਂ ਦਾ ਜਿਹੜਾ ਹੈ ਬੱਚੋ ਜੋੜ ਦਿੱਤਾ ਹੋਇਆ ਹੈ। ਇੱਕ ਤ੍ਰਿਭੁਜ ABC ਦੀ ਰਚਨਾ ਕਰੋ ਜਿਸ ਵਿੱਚ BC ਬਰਾਬਰ 7 ਸੈਂਟੀਮੀਟਰ, ਕੋਣ B ਬਰਾਬਰ 75 ਡਿਗਰੀ ਅਤੇ AB ਜਮਾ AC ਬਰਾਬਰ ਹੈ 13 ਸੈਂਟੀਮੀਟਰ ਹੋਵੇ, ਜਿਹਦਾ ਹੁਣੇ ਮੈਮ ਅਸੀਂ ਇਹਨਾਂ ਨੂੰ ਰਫ ਸਕੈਚ ਬੱਚਿਆਂ ਨੂੰ ਬਣਾ ਕੇ ਦਿਖਾਇਆ। ਹੁਣ ਤੁਸੀਂ ਦੇਖਣਾ ਬੱਚੋ ਧਿਆਨ ਦੇ ਨਾਲ ਕਿ ਸਭ ਤੋਂ ਪਹਿਲਾਂ ਇਹ ਤੁਹਾਨੂੰ ਸਕੇਲ ਵੀ ਰੱਖ ਕੇ ਦਿਖਾਈ ਹੈ ਕਿ ਬੱਚੇ ਅਕਸਰ ਮੈਮ ਮੇਜਰਮੈਂਟ 'ਚ ਵੀ ਥੋੜੀ ਬਹੁਤ ਜਿਵੇਂ ਸਕੇਲ ਕਿੱਥੋਂ ਸ਼ੁਰੂ ਕਰਨਾ ਹੈ। BC ਬਰਾਬਰ ਅਸੀਂ 7 ਸੈਂਟੀਮੀਟਰ ਬੱਚੋ ਲੈ ਲਿਆ। ਉਸ ਤੋਂ ਬਾਅਦ ਅਸੀਂ B ਤੇ ਜਿਹੜਾ ਹੈ ਕੋਣ ਕਿੰਨੇ ਡਿਗਰੀ ਦਾ ਬਣਾਉਣਾ ਹੈ, 75 ਡਿਗਰੀ ਦਾ ਜਿਹੜਾ ਕੋਣ ਅਸੀਂ ਬਣਾਉਣਾ ਹੈ। ਤੁਸੀਂ ਕਿਵੇਂ ਬਣਾਓਗੇ, ਤੁਸੀਂ ਪ੍ਰਕਾਰ ਨਾਲ ਬਣਾਓਗੇ ਨਾ, ਜਾਂ ਤੁਸੀਂ D ਦੇ ਨਾਲ ਬਣਾਓਗੇ। ਠੀਕ ਹੈ, ਤੇ ਅਸੀਂ 75 ਡਿਗਰੀ ਦਾ ਕੋਣ ਬਣਾ ਲਿਆ ਹੈ। ਠੀਕ ਹੈ, ਇੱਕ ਮੈਂ ਇੱਥੇ ਥੋੜਾ ਜਿਹਾ ਹੋਰ ਦੱਸਣਾ ਕਿ ਜਿਵੇਂ ਕਿ ਹੁਣ ਤੁਹਾਨੂੰ ਪਿਕਚਰ 'ਚ ਦਿਖਾਇਆ ਹੈ ਕਿ ਉਹ 13 ਸੈਂਟੀਮੀਟਰ ਕਿਉਂ ਕੱਟ ਰਿਹਾ ਹੈ, ਕਿਉਂਕਿ ਸਾਨੂੰ ਦੋ ਭੁਜਾਵਾਂ ਦਾ ਜੋੜ ਦਿੱਤਾ ਸੀ। ਤੁਸੀਂ ਰਫ ਸਕੈਚ ਪਹਿਲਾਂ ਹੀ ਬਣਾ ਲਿਆ ਸੀ। ਤਾਂ ਵੀਡੀਓ ਦਾ ਬੱਚਿਓ ਹਾਂਜੀ ਆਪਾਂ B ਤੇ ਰੱਖ ਕੇ ਬੱਚਿਓ 13 ਸੈਂਟੀਮੀਟਰ ਆਪਾਂ ਤੁਹਾਨੂੰ ਮੈਂ ਤਾਂ ਹੁਣ ਬਣਾ ਕੇ ਦਿਖਾਈ ਚੁੱਕੀ ਹਾਂ। ਹੁਣ ਉਹ ਕੀ ਕਰ ਰਿਹਾ ਹੈ, ਜਿਹੜਾ DC ਹੈ, ਜੋ ਰੇਖਾਖੰਡ DC ਦਾ ਕੀ ਖਿੱਚ ਰਿਹਾ ਸੀ, ਲੰਬ ਸਮਦੁਭਾਜਕ ਹੈ ਜਿਹੜਾ ਖਿੱਚ ਰਹੇ ਆ। ਇਹ ਤੁਸੀਂ ਦੇਖ ਪਾ ਰਹੇ ਹੋ, ਇਹਦਾ ਜਿਹੜਾ ਲੰਬ ਸਮਦੁਭਾਜਕ ਖਿੱਚਿਆ ਉਹ ਜਿਹੜੀ ਸਾਈਡ ਹੈ ਵੱਡੇ ਤ੍ਰਿਭੁਜ ਦੀ BD, ਉਸ ਨੂੰ ਕਿਹੜੇ ਬਿੰਦੂ ਤੇ ਕੱਟਦਾ ਪਿਆ ਹੈ, ਇੱਥੇ ਅਸੀਂ ਦੇਖਾਂਗੇ A ਤੇ। ਤੁਸੀਂ ਦੇਖ ਪਾ ਰਹੇ ਹੋ A ਬਿੰਦੂ ਲੱਗਿਆ ਹੋਇਆ ਹੈ। ਫਿਰ ਅਸੀਂ ਕੀ ਕੀਤਾ ਬੱਚਿਓ, A ਤੇ C ਹੈ ਜਿਹੜਾ ਉਹਨੂੰ ਅਸੀਂ ਮਿਲਾ ਦਿੱਤਾ। ਤਾਂ ਸਾਡੇ ਕੋਲ ਇਹ ਲੋਡਿੰਗ ਦੀ ਤੁਹਾਡੀ ਤ੍ਰਿਭੁਜ ਬਣ ਗਈ ABC, ਜਿਹੜੀਆਂ ਕਿ 3 ਸ਼ਰਤਾਂ ਸਾਨੂੰ ਦਿੱਤੀਆਂ ਹੋਈਆਂ ਸਨ। BC ਬਰਾਬਰ 7 ਸੈਂਟੀਮੀਟਰ ਕੋਣ ਦਿੱਤਾ ਸੀ। ਦੇਖੋ, ਇੱਕ ਦੋ ਚੀਜ਼ਾਂ ਦਾ ਬੇਟਾ ਬੜਾ ਧਿਆਨ ਰੱਖਣਾ ਹੈ ਕਿ ਜਦੋਂ ਤੁਸੀਂ ਪਹਿਲਾ BC ਲੈਣਾ ਹੈ ਤਾਂ ਅਕਸਰ ਤੁਸੀਂ ਲਿਆ ਕਿ 7 ਸੈਂਟੀਮੀਟਰ ਜਿਵੇਂ ਦਿੱਤਾ ਸੀ, ਕਈ ਬੱਚੇ 0 ਤੋਂ ਹੀ ਸ਼ੁਰੂ ਕਰ ਲੈਂਦੇ ਆ। ਕਈ ਵਾਰ ਤੁਹਾਡੇ ਪੈਮਾਨੇ ਦੇ ਜਿਹੜੇ ਆ ਉਹ ਸਿਰੇ ਪੂਰੇ ਹੁੰਦੇ ਹਨ, ਤੁਸੀਂ 1 ਤੋਂ ਲੈ ਕੇ 8 ਤੱਕ ਵੀ ਖੋਲ ਕੇ ਲਗਾ ਸਕਦੇ ਹੋ, ਜਾਂ ਇੱਕ ਲੰਬਾ ਰੇਖਾ ਖੰਡ ਵਰਕੇ ਕਿ ਉਸ ਨੂੰ ਡਿਵਾਈਡਰ ਨਾਲ ਕੱਟ ਸਕਦੇ ਹੋ। ਇੱਥੇ ਮੈਮ ਆਪਾਂ ਬੱਚਿਆਂ ਨੂੰ ਇੱਕ ਵਾਰੀ ਇਹ ਦੱਸ ਦਿੰਨੇ ਆ ਕਿ ਇਹ ਆਪਾਂ ਕੀਤਾ ਕਿਉਂ, ਇਹ ਥੋੜਾ ਜਿਹਾ ਬੱਚਿਆਂ ਨੂੰ ਸਮਝਾ ਦਿੰਨੇ ਆ। ਇਹ ਸਭ ਤੋਂ ਜ਼ਰੂਰੀ ਹੈ, ਸਾਡੇ ਲੈਸਨ ਦਾ ਅਸਲੀ ਪਰਪਸ ਵੀ ਇਹੀ ਹੈ
ਜਿਵੇਂ ਕਿ ਬੱਚਿਓ ਆਪਾਂ ਦੇਖਦੇ ਆਂ, ਅਸੀਂ ਇਹ ਜਿਹੜਾ ਤ੍ਰਿਭੁਜ ਦੇ ਵਿੱਚ ਅਸੀਂ ਭੁਜਾ ਜਿਹੜੀ ਸਾਡੇ ਕੋਲ CD ਸੀ ਉਹਦਾ ਲੰਬਸਮ ਦੁਭਾਜਕ ਬੱਚਿਆਂ ਨੇ ਮੈਮ ਖਿੱਚਿਆ ਸੀ, ਤਾਂ ਇਹਦੇ ਕੋਲ ਸਾਡੇ ਕੋਲ ਤੁਸੀਂ ਦੇਖੋ 2 ਤ੍ਰਿਭੁਜ ਬਣ ਗਏ। ਜਿਵੇਂ ਮੈਮ ਨੇ ਦੱਸਿਆ ਤ੍ਰਿਭੁਜਾਂ ਦੇ ਨਾਮ ਦੇਖੋ ਬੱਚਿਓ ਕਿਹੜੇ ਹੈ। ਮੰਨ ਲਓ ਅਸੀਂ ਇਸ ਜਿਹੜਾ ਆ ਬਿੰਦੂ ਹੈ ਅਸੀਂ ਇਹਦਾ ਨਾਮ ਇੱਥੇ A ਹੈ, ਇਸ ਦਾ ਨਾਮ ਅਸੀਂ ਇੱਥੇ P ਰੱਖ ਲੈਂਦੇ ਹਾਂ। ਮੰਨ ਲਓ P, ਚਲੋ ਕੋਈ ਹੋਰ ਹੈ, ਆਪਾਂ ਇਹਦਾ ਨਾਮ ABCD ਇੱਥੇ F ਰੱਖ ਲੈਂਦੇ ਹਾਂ ਇਹਦਾ ਨਾਮ। 2 ਤ੍ਰਿਭੁਜ ਬਣ ਗਏ ਤੁਹਾਡੇ ਕੋਲ AFD ਤੇ AFC। ਹੁਣ ਇਹਨਾਂ ਤ੍ਰਿਭੁਜਾਂ ਨੂੰ ਬੱਚਿਓ ਧਿਆਨ ਨਾਲ ਦੇਖੋ, ਅਸੀਂ ਇੱਥੇ ਕੀ ਖਿੱਚਿਆ, ਇਹਦਾ ਲੰਬ ਸਮਦੁਭਾਜਕ ਖਿੱਚਿਆ। ਲੰਬ ਸਮਦੁਭਾਜਕ ਦਾ ਮਤਲਬ ਜਿਹੜੀ ਇਹਦੀ ਭੁਜਾ FD ਹੈ ਉਹ ਇਹਦੀ ਭੁਜਾ FC ਦੇ ਬਰਾਬਰ ਹੋਏਗੀ। ਦੁਭਾਜਕ ਲੰਬ ਸਮਦੁਭਾਜਕ ਦਾ ਮਤਲਬ ਹੀ ਹੈ ਕਿ ਅਸੀਂ ਬਰਾਬਰ ਦੇ 2 ਹਿੱਸਿਆਂ ਵਿੱਚ ਵੰਡ ਦਿੱਤਾ। ਇਹਦਾ ਮਤਲਬ ਇਹ ਦੋਵਾਂ ਤ੍ਰਿਭੁਜਾਂ ਦੀ ਇਹ ਭੁਜਾ ਜਿਹੜੀ ਹੈ DF ਤੇ FC ਬਰਾਬਰ ਨਿਸ਼ਾਨੀ ਲਗਾਓ ਬੇਟਾ। ਬਿਲਕੁਲ ਉਸੇ ਤਰ੍ਹਾਂ ਮੈਮ ਨੇ ਜਿਵੇਂ ਦੱਸਿਆ ਸੀ ਸਾਂਝੀ ਭੁਜਾ ਤੁਸੀਂ ਬਹੁਤ ਜਲਦੀ ਦੇਖ ਲੈਂਦੇ ਹੋ ਬੱਚਿਓ। AF ਤੇ AF ਦੋਨਾਂ ਦੇ ਵਿੱਚ ਕੀ ਹੈ, ਸਾਂਝੀ ਭੁਜਾ ਹੈ। ਤੇ ਕਿਉਂਕਿ ਲੰਬ ਸਮਦੁਭਾਜਕ ਹੈ ਇਸ ਕਰਕੇ ਦੋਨੋਂ ਪਾਸੇ ਕੋਣ ਕਿੰਨੇ ਕਿੰਨੇ ਦੇ ਬਣਨਗੇ, 90 ਡਿਗਰੀ। ਵੈਰੀ ਗੁੱਡ। ਕਿੰਨੀਆਂ ਚੀਜ਼ਾਂ ਬਰਾਬਰ ਹੋ ਗਈਆਂ? ਹਾਂਜੀ 3 ਚੀਜ਼ਾਂ ਜਿਹੜੀਆਂ ਮੈਮ ਬਰਾਬਰ ਹੋ ਗਈਆਂ। ਇੱਕ ਤ੍ਰਿਭੁਜ ਦੀਆਂ 3 ਜਿਹੜੀਆਂ ਸੀ 2 ਭੁਜਾਵਾਂ ਤੇ ਉਹਨਾਂ ਦੇ ਵਿਚਕਾਰਲਾ ਕੋਣ ਤੇ ਦੂਸਰੀ ਵੀ ਭੁਜਾ ਦੇ 2 ਭੁਜਾਵਾਂ ਤੇ ਵਿਚਕਾਰਲਾ ਕੋਣ ਬਰਾਬਰ ਹੋ ਗਿਆ। ਤੇ ਬੜੀ ਆਸਾਨੀ ਨਾਲ ਬੜੀ ਖੁਸ਼ੀ ਹੁੰਦੀ ਹੈ ਕਿ ਯੈਸ ਹੁਣ ਤਾਂ ਮੈਂ ਬੜੀ ਆਸਾਨੀ ਨਾਲ ਪ੍ਰੂਵ ਕਰ ਸਕਦਾ ਕਿ ਜਿਹੜੀਆਂ ਇਹ ਦੋਵੇਂ ਤ੍ਰਿਭੁਜਾਂ ਕੀ ਹੋ ਗਈਆਂ, ਸਰਵੰਗ ਸਮ ਹੋ ਗਈਆਂ। ਹੁਣ ਲਿਖ ਕੇ ਦਿਖਾਓ। ਹਾਂਜੀ, ਜੇ ਸਰਵੰਗ ਸਮ ਹੋਈਆਂ ਤ੍ਰਿਭੁਜਾਂ ਬੱਚਿਓ ਤਾਂ ਆਪਣੇ ਕੋਲ ਕਿਹੜੀਆਂ ਦੀਆਂ ਸਾਈਡਾਂ ਬਰਾਬਰ ਹੋਣਗੀਆਂ CPCT ਦੇ ਨਾਲ। ਜਿਹੜੀ ਇਹਦੀ ਭੁਜਾ AD ਹੈ ਉਹ ਇਹਦੀ ਭੁਜਾ ਕਿਹਦੇ ਬਰਾਬਰ ਹੋਏਗੀ, AC ਦੇ। ਇਹੀ ਮੈਮ ਇਹਦਾ ਜਿਹੜਾ ਜਿਹਨੂੰ ਕਹਿੰਦੇ ਸੀਕ੍ਰੇਟ ਹੈ, ਇਹੀ ਇਹਦਾ ਰਾਜ਼ ਹੈ ਵੀ ਆਪਾਂ ਇਸ ਤਰ੍ਹਾਂ ਕਿਉਂ ਕੀਤਾ ਕਿ ਸਾਨੂੰ ਜਿਹੜੀ AC ਭੁਜਾ ਉਹ ਅਸੀਂ ਕਿਹਦੇ ਵਿੱਚੋਂ ਕੱਢਣੀ ਸੀ, ਜਿਹੜਾ ਟੋਟਲ ਦਿੱਤਾ ਹੋਇਆ ਹੈ ਉਹਦੇ ਵਿੱਚੋਂ ਕੱਢਣ ਲਈ ਅਸੀਂ ਇਹਨੂੰ ਐਕਚੁਅਲੀ ਬੱਚਿਓ ਸਰਵੰਗ ਸਮਤਾ ਦਾ ਜਿਹੜਾ ਰੂਲ ਇਸ ਰਚਨਾ ਦੇ ਵਿੱਚ ਯੂਜ਼ ਹੋਇਆ, ਅਸੀਂ ਤੁਹਾਨੂੰ ਇਹੀ ਦਿਖਾਣਾ ਜਿਹੜਾ ਚਾਹੁੰਦੇ ਸੀਗੇ। ਔਰ CPCT ਜਿਹੜੀ ਗੱਲ ਤੁਸੀਂ ਬਸ ਸਮਝਦੇ ਹੋ ਕਿ ਐਵੇਂ ਹੀ ਕਿਤਾਬ ਤੇ ਲਿਖੀ ਹੋਈ ਹੈ, ਇਟ ਹੈਜ਼ ਸਮ ਮੀਨਿੰਗ। ਇਹਦਾ ਮਤਲਬ ਸਾਨੂੰ ਦੱਸ ਦਿੰਦਾ ਹੈ ਕਿ ਕਿਹੜੀ ਭੁਜਾ ਕਿਹਦੇ ਬਰਾਬਰ ਆਉਂਦੀ ਹੈ। ਅਗਰ 2 ਭੁਜਾਂ 2 ਤ੍ਰਿਭੁਜਾਂ ਜਾਂ ਕੋਈ 2 ਕ੍ਰਿਤੀਆਂ ਸਾਡੀਆਂ ਸਰਵੰਗ ਸਮ ਹੁੰਦੀਆਂ ਹਨ। ਤਾਂ ਮੇਰਾ ਖਿਆਲ ਹੈ ਕਿ ਤੁਹਾਨੂੰ ਇਹ ਰਚਨਾ ਸਮਝ ਲੱਗ ਗਈ ਹੋਏਗੀ। ਇਹਦੇ ਨਾਲ ਤੇ ਜਿੰਨੇ ਵੀ ਤੁਹਾਡੇ ਕੋਲ ਸਵਾਲ ਹਨ ਹੁਣ ਤੁਸੀਂ ਆਪਣੇ ਗਰੁੱਪ ਬਣਾ ਕੇ ਛੋਟੇ ਛੋਟੇ 3-4 ਜਣੇ ਔਰ ਆਪਣੇ ਮੈਮ ਜਾਂ ਸਰ ਦੀ ਪ੍ਰੈਜ਼ੈਂਸ ਦੇ ਵਿੱਚ ਬਣਾ ਕੇ ਦਿਖਾਓ। ਠੀਕ ਹੈ, ਆਪਣੇ ਕੋਲ ਰਚਨਾ ਬਣਾ ਲਓ। ਠੀਕ ਹੈ, 3 ਹੀ ਮੈਮ ਇਸ ਚੈਪਟਰ ਚ 3 ਤਰ੍ਹਾਂ ਦੀ ਇੱਕ ਰਚਨਾ ਮੈਮ ਇਹਦੇ ਸਾਹਮਣੇ ਲਿਖੀ ਹੋਈ ਹੈ। ਅਸੀਂ ਵੀ ਤ੍ਰਿਭੁਜ ਦੀ ਰਚਨਾ ਕਰਨਾ ਜਦੋਂ ਆਧਾਰ ਦਾ ਇੱਕ ਕੋਣ ਤੇ ਬਾਕੀ 2 ਭੁਜਾਵਾਂ ਦਾ ਅੰਤਰ ਪਹਿਲਾਂ ਅਸੀਂ ਜੋੜ ਕੀਤਾ ਸੀ ਮੈਮ, ਫਿਰ ਅੰਤਰ ਦੇ ਵਿੱਚ ਵੀ ਬੇਟੇ ਸਰਵੰਗ ਸਮਤਾ ਦਾ ਹੀ ਰੂਲ ਲੱਗਦਾ ਹੈ। ਉਸੇ ਤਰ੍ਹਾਂ ਇੱਕ ਜਿਹੜੀ ਹੋਰ ਹੈ ਇਸ ਤੋਂ ਅਗਲੀ, ਇਹ ਤੁਹਾਨੂੰ ਅਸੀਂ ਵੀਡੀਓ ਤਾਂ ਹੁਣ ਡਿਸਪਲੇ ਨਹੀਂ ਕਰਕੇ ਦਿਖਾਵਾਂਗੇ ਕਿਉਂਕਿ ਟਾਈਮ ਹੋ ਰਿਹਾ, ਸਮਾਂ ਘੱਟ ਹੈ। ਹਾਂਜੀ, ਇੱਕ ਮੈਮ ਆ ਬੜੀ ਇੰਪੋਰਟੈਂਟ ਰਚਨਾ ਹੈ ਤ੍ਰਿਭੁਜ ਦੀ ਰਚਨਾ ਕਰਨਾ ਜਦੋਂ ਇਸ ਦੇ ਆਧਾਰ ਦੇ ਦੋਵੇਂ ਕੋਣ ਦਿੱਤੇ ਹੁੰਦੇ ਆ ਤੇ 3 ਭੁਜਾਵਾਂ ਦਾ ਜਿਹੜਾ ਜੋੜ ਇਹ ਬੱਚਿਓ ਦਿੱਤਾ ਹੁੰਦਾ ਹੈ। ਹੁਣ ਅੱਜ ਸਮਾਂ ਘੱਟ ਤਾਂ ਚਲੋ ਜਿੰਨਾ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਕਿ ਰਚਨਾ ਦੇ ਸਟੈਪ ਤਾਂ ਤੁਹਾਨੂੰ ਆਉਂਦੇ ਹੁੰਦੇ ਆ, ਲੇਕਿਨ ਉਹ ਸਟੈਪ ਅਸੀਂ ਕਿਉਂ ਕਰ ਰਹੇ ਹਾਂ ਅਸੀਂ ਬੱਚਿਆਂ ਨੂੰ ਅੱਜ ਉਹ ਥੋੜਾ ਦੱਸਣ ਦੀ ਕੋਸ਼ਿਸ਼ ਕੀਤੀ। ਜੇਕਰ ਆਪਾਂ ਵਧੀਆ ਤਰ੍ਹਾਂ ਗਣਿਤ ਨੂੰ ਸਮਝਣਾ ਹੈ ਔਰ ਸਮਝਾਣਾ ਹੈ, ਠੀਕ ਹੈ, ਤਾਂ ਉਸ ਦੀ ਲਾਈਫ ਦੇ ਵਿੱਚ ਵਰਤੋਂ ਵੀ ਕਰਨੀ ਹੈ ਤੇ ਸਾਨੂੰ ਸਿਰਫ ਰਚਨਾ ਇਹ ਨਹੀਂ ਕਿ ਬਣਨੀ ਹੈ, ਪਰ ਉਹ ਕਿਵੇਂ ਆਉਂਦੀ ਹੈ, ਕਿਵੇਂ ਅਸੀਂ ਫਟਾਫਟ ਦੱਸ ਸਕਦੇ ਹਾਂ ਕਿ ਇਹ ਬਰਾਬਰ ਹੈ ਜੀ, ਤੁਸੀਂ ਸਾਨੂੰ ਚੈਲੰਜ ਕਰਕੇ ਦੇਖੋ। ਠੀਕ ਹੈ, ਤਾਂ ਫੇਰ ਹੀ ਅਸਲੀ ਰਚਨਾ ਦਾ ਬਣਾਇਆ। ਇਹਦਾ ਮਤਲਬ 2-3 ਚੀਜ਼ਾਂ ਦਾ ਤੁਹਾਨੂੰ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਸ਼ੁੱਧ ਆਕ੍ਰਿਤੀ ਬਣਾਉਣ ਲਈ ਰਚਨਾਵਾਂ ਦੀ ਪ੍ਰੈਕਟੀਕਲ ਲਾਈਫ ਦੇ ਵਿੱਚ ਬਹੁਤ ਜ਼ਰੂਰਤ ਹੈ। ਜਿੰਨੇ ਵੀ ਤੁਹਾਡੀਆਂ ਦੈਨਿਕ ਜੀਵਨ ਤੁਸੀਂ ਚੀਜ਼ਾਂ ਵੇਖਦੇ ਹੋ, ਆਰਕੀਟੈਕਟ ਵੇਖਦੇ ਹੋ, ਪੁਲ ਨਿਰਮਾਣ ਦੇਖਦੇ ਹੋ, ਗੁੱਡ ਫਰਨੀਚਰ ਦੇਖਦੇ ਹੋ, ਡਿਜ਼ਾਈਨਿੰਗ ਦੇਖਦੇ ਹੋ, ਉਹ ਕਿਸੇ ਨਾ ਕਿਸੇ ਸ਼ੁੱਧ ਆਕ੍ਰਿਤੀ ਦੀ ਹੀ ਆਊਟਕਮ ਹੁੰਦੀ ਹੈ। ਤਾਂ ਮੇਰਾ ਖਿਆਲ ਅੱਜ ਲਈ ਤੁਹਾਡੇ ਲਈ ਇੰਨਾ ਹੀ ਕਾਫੀ ਹੈ। ਤੇ ਹੁਣ ਤੁਸੀਂ ਰਚਨਾਵਾਂ ਦਾ ਪੱਕਾ ਸਵਾਲ ਆਣਾ ਹੈ ਤੁਹਾਨੂੰ। ਬਿਲਕੁਲ ਇਹ ਤਾਂ ਮੈਮ ਬੱਚੇ ਕਰਦੇ ਵੀ ਬੜੇ ਸ਼ੌਕ ਨਾਲ ਹੈ ਔਰ ਬੱਚੇ ਅੱਛੀਆਂ ਬਣਾਉਂਦੇ। ਇੱਕ ਚੀਜ਼ ਹੋਰ ਮੈਮ ਆਪਾਂ ਬੱਚਿਆਂ ਨੂੰ ਦੱਸੀਏ ਕਿ ਇੱਕ ਰਚਨਾ ਦੇ ਪਗ ਲਿਖਣੇ ਬੇਟੇ ਬਹੁਤ ਜ਼ਰੂਰੀ, ਚਾਹੇ ਉਹ ਨਹੀਂ ਲਿਖਿਆ ਹੁੰਦਾ ਉਹਦੇ ਨਾਲ ਆਪ ਵੀ ਬੜੀ ਕਲੈਰਿਟੀ ਹੈ ਜਿਹੜੀ ਬੱਚਿਆਂ ਨੂੰ। ਤੁਸੀਂ ਉਵੇਂ ਲਿਖੋਗੇ, ਜਦੋਂ 3-4 ਲਿਖੋਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਪਹਿਲਾਂ ਕਿਆ ਲਿਆ ਫਿਰ ਕਿਆ ਲਿਆ। ਤੁਸੀਂ ਰਫ ਸਕੈਚ ਬਣਾਉਣਾ ਵੀ ਉਨਾ ਹੀ ਜ਼ਰੂਰੀ ਹੈ। ਜੇ ਤੁਸੀਂ ਰਫ ਸਕੈਚ ਬਣਾਓਗੇ ਤੇ ਬੜੀ ਆਸਾਨੀ ਦੇ ਨਾਲ ਤੁਹਾਡਾ ਜਿਹੜੀ ਰਚਨਾ ਹੈ ਉਹ ਬਹੁਤ ਅੱਛੀ ਤਰ੍ਹਾਂ ਬਣ ਜਾਏਗੀ। ਤੋ ਪਿਆਰੇ ਬੱਚਿਓ, ਹੁਣ ਅਸੀਂ ਇਹ ਸਮਝਦੇ ਹਾਂ ਕਿ ਹੁਣ ਤੁਸੀਂ ਆਪਣਾ 3-3 4-4 ਸਵਾਲ ਇਹਦੇ ਨਾਲ ਦੇ ਕਰੋਗੇ ਔਰ ਇਹ ਪੱਕਾ ਵਾਅਦਾ ਕਰੋਗੇ ਕਿ ਤੁਹਾਡੇ ਕੋਲ ਰਚਨਾ ਦਾ ਜਿਹੜਾ ਮਰਜ਼ੀ ਸਵਾਲ ਆ ਜੇ ਤੁਸੀਂ ਇਹਨੂੰ ਬਣਾਏ। ਔਰ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਤੁਹਾਡੀ ਪੈਨਸਿਲ ਜਿਹੜੀ ਹੈ ਬਿਲਕੁਲ ਸ਼ਾਰਪ ਹੋਣੀ ਚਾਹੀਦੀ ਹੈ ਔਰ ਜਿੱਥੇ ਤੁਹਾਡੀ ਸਮਦਵਾਜਕ ਹੈ ਉੱਥੇ ਤੁਹਾਡੀ ਡਾਟਡ ਲਾਈਨ ਹੋਣੀ ਚਾਹੀਦੀ ਹੈ। ਸੋਹਣੇ ਜੇ ਤੁਸੀਂ ਵਰਟੈਕਸ ਲਿਖੋ। ਠੀਕ ਹੈ, ਜਿਹੜੀ ਚੀਜ਼ਾਂ ਸਾਈਡਾਂ ਬਰਾਬਰ ਹੁੰਦੀਆਂ ਉਹਨਾਂ ਨੂੰ ਪੁਆਇੰਟ ਆਊਟ ਕਰੋ। ਠੀਕ ਹੈ, ਜੇ ਇੱਕ ਚੀਜ਼ ਬਰਾਬਰ ਹੋ ਗਈ ਹੈ ਤੇ ਇੱਕ ਲਾਈਨ ਨਾਲ ਲੈ ਜੇ, ਦੂਸਰੀ ਹੋ ਗਈ ਅਨਸਾਰੀ ਤੇ 2-2 ਲਾਈਨਾਂ,
ਯੂ ਮਸਟ ਰਾਈਟ ਆਊਟ, ਠੀਕ ਹੈ। ਤਾਂ ਤੁਹਾਨੂੰ ਕੋਈ ਵੀ ਐਗਜ਼ਾਮੀਨਰ ਜਿਹੜਾ ਹੈ ਉਹ ਮਾਰਕਸ ਥੋੜਾ ਕੱਟ ਨਹੀਂ ਸਕੇਗਾ, ਠੀਕ ਹੈ, ਔਰ ਤੇ ਸਮਝ ਵੀ ਆ ਜਾਏਗੀ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਥੈਂਕ ਯੂ ਨਵਨੀਤ ਮੈਮ ਆਲਸੋ, ਐਂਡ ਯੂ ਸੈਡ ਟੂ ਸੋਸਾਇਟੀ, ਥੈਂਕ ਯੂ ਵੈਰੀ ਮਚ।